ਡੱਲੇਵਾਲ ਸਾਹਿਬ ਪਤਾ ਕੀ ਬੇਨਤੀ ਹੈ ਜੀ ਜਿਹਨੂੰ ਇਹਨਾਂ ਦੋ ਕੁਰਸੀਆਂ ਨੇ ਨਾ ਇਹਨਾਂ ਨੂੰ ਬੋਲਣਾ ਹੋਵੇ ਇੱਥੇ ਆ ਕੇ ਬੋਲਣਾ ਇੱਥੇ ਓਕੇ ਜੀ ਕੀ ਫਤਿਹ। ਤੁਸੀਂ ਸਾਡੇ ਨਿਮਾਣੇ ਜੇ ਸੱਦੇ ਤੇ ਇੱਥੇ ਸਾਡੀ ਗੱਲ ਨੂੰ ਸਾਡੀ ਆਵਾਜ਼ ਨੂੰ ਪੂਰੇ ਵਰਲਡ ਦੇ ਵਿੱਚ ਲੈ ਕੇ ਜਾਣ ਦੇ ਲਈ ਤੁਸੀਂ ਹਾਜ਼ਰੀ ਭਰੀ ਆ। ਅਸੀਂ ਬਹੁਤ ਦਿਲੋਂ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਹਾਂ। ਤੇ ਅੱਜ ਦੀ ਜਿਹੜੀ ਆਪਾਂ ਇਹ ਪੀਸੀ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ, ਇਹ ਸਪਸ਼ਟ ਹੈ ਕਿ ਐਸਕੇਐਮ ਗੈਰ ਰਾਜਨੀਤਕ ਵੱਲੋਂ ਇਹ ਪ੍ਰੋਗਰਾਮ ਹੈ। ਇਸ ਪੀਸੀ ਦੇ ਵਿੱਚ ਮੇਰਾ ਖਿਆਲ ਹੈ ਤੁਹਾਨੂੰ ਸਾਰੇ ਰੰਗ ਦਿਸਦੇ ਹੋਣਗੇ। ਸ਼ਿਵ ਕੁਮਾਰ ਕੱਕਾ ਜੀ ਮੱਧ ਪ੍ਰਦੇਸ਼ ਤੋਂ ਬੈਠੇ ਨੇ, ਇੱਧਰ ਮੇਰੇ ਨਾਲ ਰਿਸ਼ੀਪਾਲ ਅਮਾਵਤਾ ਜੀ। ਇਹਨਾਂ ਨੂੰ ਚਾਹੇ ਯੂਪੀ ਗਿਣ ਲਿਆ ਕਰੋ, ਚਾਹੇ ਦਿੱਲੀ ਗਿਣ ਲਿਆ ਕਰੋ, ਤੇ ਚਾਹੇ ਹਰਿਆਣਾ ਗਿਣ ਲਓ। ਇਹ ਤਿੰਨਾਂ ਥਾਵਾਂ ਤੋਂ ਮਤਲਬ ਇੱਕ ਬੜੇ ਕਿਸਾਨ ਲੀਡਰ ਨੇ ਸਾਡੇ ਵਿੱਚ ਬੈਠੇ ਨੇ। ਅਭਿਮਨੂ ਕੁਹਾੜ ਹਰਿਆਣੇ ਦੇ ਯੁਵਾ ਲੀਡਰ, ਤੁਸੀਂ ਸਾਰੇ ਜਾਣਦੇ ਹੋ, ਪ੍ਰੈਸ ਤੋਂ ਮੇਰਾ ਖਿਆਲ ਹੈ ਕੋਈ ਭੁਲੇਖਾ ਨਹੀਂ। ਸਾਡੇ ਜਸਵੀਰ ਭਾਟੀ ਜੀ ਹਰਿਆਣੇ ਤੋਂ ਨੇ। ਸੁਖਪਾਲ ਡਫਰ ਜੀ ਸਾਡੇ ਆਪਣੇ ਪੰਜਾਬ ਤੋਂ ਨੇ, ਦੁਆਬਾ ਏਰੀਏ ਨੂੰ ਮਤਲਬ ਬਿਲੋਂਗ ਕਰਦੇ ਨੇ। ਇੱਧਰ ਗੁਰਮੁਖ ਸਿੰਘ ਜੀ ਹਰਿਆਣੇ ਤੋਂ। ਇੱਧਰ ਨਾਲ ਮੇਰਾ ਖਿਆਲ ਹੈ ਕਿਸੇ ਨੂੰ ਜਾਣਨ ਦੀ ਲੋੜ ਨਹੀਂ ਹੈ, ਸਾਡੇ ਸਿਰਸਾ ਜੀ, ਇਹਨਾਂ ਨੂੰ ਤਾਂ ਤੁਸੀਂ ਬਹੁਤ ਜ਼ਿਆਦਾ ਕਵਰ ਕਰਦੇ ਰਹੇ ਹੋ। ਇੱਧਰ ਸੁਖਦੇਵ ਸਿੰਘ ਸਾਡੇ ਇਹ ਵੀ ਮਾਝੇ ਤੋਂ ਨੇ, ਕਿਸਾਨ ਜਥੇਬੰਦੀ ਚਲਾ ਰਹੇ ਨੇ। ਨਾਲ ਸਾਡੇ ਹੁੱਡਾ ਸਾਹਿਬ ਇਹ ਹਰਿਆਣਾ ਤੋਂ ਨੇ। ਉਸ ਤੋਂ ਅਗਲੇ ਪਾਸੇ ਹਾਂ ਆਤਮਜੀਤ ਜੀ ਬੈਠੇ ਨੇ ਯੂਪੀ ਤੋਂ। ਮੇਰਾ ਮਤਲਬ ਇਹਦੇ 'ਚ ਇਹ ਨਹੀਂ ਹੈ ਵੀ ਕੋਈ ਇੱਕ ਰੰਗ ਬੈਠਾ ਹੋਵੇ। ਨਾਲ ਚਲੋ ਖੋਸਾ ਜੀ ਨੂੰ ਮੇਰਾ ਖਿਆਲ ਹੈ ਤੁਸੀਂ ਜਾਣਦੇ ਹੋ, ਇਹ ਆਪਣੇ ਪੰਜਾਬ ਤੋਂ ਨੇ। ਔਰ ਜਰਨੈਲ ਸਿੰਘ ਜੀ ਸਾਡੇ ਹਰਿਆਣੇ ਨੂੰ ਬਿਲੋਂਗ ਕਰਦੇ ਨੇ ਔਰ ਬਹੁਤ ਵੱਡੀ ਮਤਲਬ ਆਰਗੇਨਾਈਜੇਸ਼ਨ ਨੂੰ ਇਹ ਲੀਡ ਕਰਦੇ ਨੇ, ਚਲਾ ਰਹੇ ਨੇ। ਬਾਕੀ ਸਾਰੇ ਆ ਸਾਡੇ ਯੁਵਾ ਲੀਡਰ ਸ਼ੇਰਾ ਜੀ ਆ ਮਗਰਲੇ ਪਾਸੇ, ਇਹਨਾਂ ਨੂੰ ਮੇਰਾ ਖਿਆਲ ਕੋਈ ਭੁਲੇਖਾ ਨਹੀਂ ਰਹਿ ਗਿਆ ਹੋਣਾ। ਭੰਗੂ ਸਾਹਿਬ ਤੁਹਾਡੇ ਤਾਂ ਬਹੁਤ ਨੇੜਲੇ ਨੇ। ਇਹ ਸਾਰੇ ਆਗੂ ਸਾਹਿਬਾਨਾਂ ਨੇ ਅੱਜ ਮਿਲ ਜੁਲ ਕੇ ਇੱਥੇ ਇਸ ਗੈਰ ਰਾਜਨੀਤਕ ਐਸਕੇਐਮ ਦੀ ਜੋ ਪੀਸੀ ਕਰਨ ਦਾ ਪ੍ਰੋਗਰਾਮ ਲਿਖਿਆ ਹੈ, ਉਹ ਮੇਨਲੀ ਇੱਥੇ ਅਸੀਂ ਤੁਹਾਡੇ ਹਾਜ਼ਰੀ ਭਰੀ ਹੈ। ਤੁਹਾਡਾ ਤਹਿ ਦਿਲੋਂ ਫਿਰ ਦੁਬਾਰਾ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਇੱਥੇ ਹਾਜ਼ਰ ਹੋਏ ਹੋ। ਮੈਂ ਸਭ ਤੋਂ ਪਹਿਲਾਂ ਸ਼ਿਵ ਕੁਮਾਰ ਕੱਕਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਤੁਹਾਡੇ ਨਾਲ ਅੱਜ ਦੀ ਜਿਹੜੀ ਹੈ ਪੀਸੀ ਦਾ ਇਹਦੀਆਂ ਕੁਝ ਮੇਨ ਗੱਲਾਂ ਇਹ ਕਰਨਗੇ। ਉਸ ਤੋਂ ਬਾਅਦ ਫਿਰ ਇੱਧਰ ਸਾਡੇ ਰਿਸ਼ੀਪਾਲ ਜੀ ਨੇ, ਇਹ ਵੀ ਦੱਸਣਗੇ ਤੁਹਾਨੂੰ ਕੁਝ ਗੱਲਾਂ। ਹਾਂਜੀ ਕੱਕਾ जी। सभी साथियों को चल रहे हैं, हेलो, हाँ चल रहे हैं। सभी साथियों को नमस्कार। पूरे देश में जो महाआंदोलन चला दुनिया का सबसे बड़ा, उसमें पंजाब के पत्रकारों की सबसे बड़ी अहम भूमिका रही है। ज़बरदस्त मैं आपका आभार और धन्यवाद व्यक्त करता हूं कि पंजाब की मीडिया ने हमारी आवाज़ को जिस ढंग से बड़ी ईमानदारी और निष्ठा के साथ पूरे देश में उठाया है, हम बार बार आपको आभार व्यक्त करते हैं, आपके ऋणी रहेंगे। अब आया सवाल इस बात का कि ये बहुत दिन से मामला चल रहा है, तो थोड़ा सा पीछे जाना पड़ेगा, फिर भी मैं बात अपनी 2.5-3 मिनट में पूरी कर दूंगा। जब मोदी जी लैंड बिल लेकर आए थे, तब हम लोगों ने राष्ट्रीय किसान महासंघ की स्थापना की थी 2017 में भोपाल मध्य प्रदेश में, जिसमें देश के 80 संगठन नॉन पॉलिटिकल थे। उसके बाद 2-3-4 साल के बाद में राजनीतिक महत्वाकांक्षा के लोगों ने अखिल भारतीय AIKCC कोऑर्डिनेशन कमेटी बनाई। उसमें कॉमरेड लोग थे और पॉलिटिकल पार्टियों के कुछ हेड थे। ये 2 धाराओं में देश में काम चल रहा था। 3 काले कानून जब आए इस देश में, तो ये दोनों धाराओं में बैठकर रकाबगंज गुरुद्वारा में बैठक हुई 7 तारीख को, और ये तय किया गया कि आंदोलन हम नॉन पॉलिटिकल रखेंगे, तब आपके साथ हम लोग साथ में सहयोग कर पाएंगे। ये वहाँ पवित्र स्थान पर तय किया गया कि नॉन पॉलिटिकल रहेंगे, हम किसी पॉलिटिकल मंच पर नहीं जाएंगे, कोई हमारा राजनीतिक नेता हमारे मंच पर नहीं आएगा, नॉन पॉलिटिकल और अहिंसात्मक आंदोलन होगा। ये 2 इशू हमारे प्रमुख थे। आंदोलन लड़ा, जो कुछ हुआ वो आपके सामने है, उस पर मैं नहीं जाऊंगा। मगर जिन लोगों ने इसकी पवित्रता को खंडित किया, इसको राजनीतिक बनाने की कोशिश की, चुनाव लड़ने के बाद फिर उसमें आते हैं और पोलिट ब्यूरो, पॉलिटिकल पदाधिकारी इसमें आ गए, तब जाकर ये 2 धाराओं में विभाजित दिखाई देने लगा। आज स्पष्ट है कि ये जो एसकेएम है,
ये पूरी तरीके से नॉन पॉलिटिकल है, ये किसी भी राजनीतिक दल से इसका कोई संबंध नहीं है। और वो लोग पूरी तरह पॉलिटिकल हैं जो चुनाव लड़े और जिन्होंने विश्वासघात किया इस देश के तमाम लोगों के साथ। आपको भी आहत किया है, क्योंकि आप भी जो सहयोग कर रहे थे वो इसलिए कर रहे थे कि हम नॉन पॉलिटिकल पवित्र हैं। जितने बड़े बड़े घपले हुए, 3000 करोड़ का घपला कोड़ी हरी ने किया, वो कहाँ का बंदा है? AIKCC का बंदा है। और एक चोरी से पत्र लिखा सरकार को और चोरी से मिलते रहे, वो कौन बंदे हैं? वो AIKCC के बंदे हैं। और इसमें जो राजनीतिक लोग प्रवेश कर गए वो AIKCC के बंदे हैं। आंदोलन को समाप्त किए बगैर, MSP बगैर तय किए कराए आंदोलन को मजबूर किया स्थगित करने के लिए, वो AIKCC के बंदे हैं। तो इस प्रकार से अधिकांश साथी राजनीतिक रहे, उन्होंने स्वरूप दिखाया। हम लोग बड़े मन से, दुखी मन से हमको ये मार्ग चुनना पड़ा। हम आहत हैं, शर्मिंदा भी हैं, दुखी भी हैं कि ये इतना बड़ा बैनर इस देश का जो किसानों को काम कर रहा है। तो असली SKM जो इस देश की आत्मा के अनुकूल है वो गैर राजनीतिक है और रहेगा। धन्यवाद। जी अभी जी बताएं आएंगी बहुत बातें, क्वेश्चन जितने भी होंगे सारे, हर क्वेश्चन का ओके, कोई बात नहीं। ऋषिपाल अमावता जी, बाकी बात ये रखें कुछ। धन्यवाद, नमस्कार। जो प्रोग्राम दिए उनको लोगों सभी साथियों, आज जो प्रेस कॉन्फ्रेंस है जो राजनीतिक और राजनीतिक, ये तो खैर आपको मालूम ही होगा राजनीतिक जिन लोगों ने की, पूरे देश का विश्वास, किसान का विश्वास तोड़ा। और आज हमने SKM राजनीतिक से जो वो लोग थे, राजनीतिक लोगों ने की चिट्ठी जिन्होंने लिखी, चोरी से विश्वासघात जिन्होंने किया, वो SKM से बाहर कर दिए हैं। और राजनीतिक SKM संयुक्त किसान मोर्चा असली जो किसानों के साथ है, आज भी 100 संगठन हमारे साथ हैं पूरे देश में। इस सरकार के जो वादा खिलाफी हुई, जो हमारे जो काले कानून इन्होंने, जब ये वापस होने की बात हुई तो MSP को लेकर के सरकार ने बोला था कि MSP पे हम बहुत जल्दी कानून बनाएंगे और SKM से नाम लेंगे। जो नाम इन्होंने दिए, मैं आज उनका खुलासा कर रहा हूँ, वो सब टोटल BJP के लोग हैं, सरकार के लोग हैं, उसमें कोई भी किसान नहीं है। वो लोग वो हैं जो इस काले कानून की वकालत कर रहे थे, वो लोग इस कमेटी में उन्होंने लिए हैं। तो मैं तो एक ही बात हम ये कर रहे हैं कि यहाँ आज सबसे बड़ी बात यह है कि यही ताकत जो SKM की ताकत थी, जो किसान की ताकत थी, वही ताकत आज आपके सामने बैठी हुई है। और जो गलत लोग थे जिन्होंने इस SKM को बदनाम किया, वो लोग अब बाहर हो गए हैं। और हमने अभी सरकार के सामने, आज आपके सामने ये मांग करते हैं, या तो MSP पर जल्दी से जल्दी कानून बनाए, किसान का कर्जा माफ़ करे, और नहीं तो आंदोलन के लिए तैयार हो जाए। हमारी लड़ाई ये है, SKM असली है, SKM जो अराजनीतिक है। और इसमें से हमने जो पॉलिटिकल लोग थे, चाहे हनन मोला हो, चाहे अपना दर्शन पाल हो, कॉमरेड हो, वो इस SKM में उनका कोई वो नहीं है, वो बाहर कर दिए हैं। और ये नॉन पॉलिटिकल में उनका कोई लेना देना नहीं है। अब हमारे बीच में अरे नहीं यार, डिस्टर्ब ना करो चलो। मीडिया के सारे बंधुओं का, सारे भाइयों का, बहनों का स्वागत है। और अब हम आपके सामने जो बात साझा करने चाह रहे हैं, जो करने जा रहे हैं, बड़े ही दुखी मन से, बड़े ही भारी मन से, दुख के साथ ये सारी चीज़ें आपसे साझा कर रहे हैं। वो दुख इसलिए है क्योंकि जो 2-3 मुद्दे अभी उठाए गए, चिट्ठी वाला मामला, पॉलिटिकल और नॉन पॉलिटिकल वाला मामला, इसमें कुछ वो लोग शामिल हैं जो 378 दिनों तक आंदोलन में हमारे साथ रहे, जिनको हमने अपने परिवार का हिस्सा माना,
जिनके साथ हम सड़क पे 0 से 50 डिग्री तक के तापमान में बैठे। तो आज खुशी नहीं बल्कि बहुत दुख हो रहा है और बड़े भारी मन के साथ आपसे ये बात कर रहे हैं। साथियों, अक्टूबर के महीने में ये कुछ चर्चाएं हमें सुनने को मिली कि कुछ लोग सरकार से चोरी छिपे बात कर रहे हैं। ये मीडिया के अंदर से, आप जैसे जो मीडिया के भाई थे उन्हीं के माध्यम से हमें ये जानकारी मिली। हमारे बहुत सारे लीडर्स ने एसकेएम की लगातार मीटिंगों में ये मामला उठाया कि भाई हमें बताया जाए कि क्या किसी की कोई सरकार से बात चल रही है, लेकिन हमें हर बार ये जवाब मिला कि ऐसी कोई भी बातचीत नहीं हो रही है। दिवाली से पहले एक पत्रकार साथी जगजीत सिंह डल्लेवाल जी के पास आते हैं, जब ये बीमार थे इनके घर पे आते हैं और इनको एक चिट्ठी दिखाते हैं कि डल्लेवाल जी क्या आपको मालूम है कि सरकार को ये चिट्ठी लिखी गई है। हम ऐसी किसी चिट्ठी के बारे में नहीं जानते थे। जब वो चिट्ठी इन्होंने देखी और हमसे बाकी साथी जो आज बैठे इनसे बात करी तो हमें बहुत बड़ा झटका लगा। उसके बाद इन्होंने पंजाब के कुछ संगठनों की बैठक बुलाई। पहले उस बैठक में कुछ लोगों ने उस चीज को मना किया कि ऐसा कुछ नहीं हुआ है, लेकिन जब ज्यादा जोर देके ये कहा गया कि आप इस चीज को रखिए, हमारे पास एक चिट्ठी है जो किसी पत्रकार ने दी है, तो उसके बाद धीरे धीरे कुछ लोगों ने स्वीकार किया कि उनकी अलग अलग सतर पे सरकार से लगातार बातचीत चल रही थी। जिस चिट्ठी में जो लिखा गया है वो चिट्ठी भी हमारे पास है, वो आपको हम दिखा देंगे। उस चिट्ठी में कुछ लोगों ने बिना पूरे एसकेएम को विश्वास में लिए हुए, लाखों किसानों को विश्वास में लिए हुए बिना सरकार को एक चिट्ठी लिखी, जिसमें उन्होंने कहा कि एक कानून रिपील कर दिया जाए, एक कानून के ऊपर कमेटी बना दी जाए, एक कानून को स्टेट गवर्नमेंट पे छोड़ दिया जाए और एमएसपी पे भी कमेटी बना दी जाए। जबकि हमारी डिमांड थी तीनों कानून रद्द किए जाएं और एमएसपी पे गारंटी कानून बनाया जाए। लेकिन कुछ साथियों ने ऐसा पत्र सरकार को लिख दिया और वो भी बिना लोगों को विश्वास में लिए हुए। उसके बाद 30 नवंबर को हम बिल्कुल पुख्ता सारी चीजों के साथ आपको ये बता रहे हैं। 30 नवंबर को आशु प्रॉपर्टीज में, जहां डॉक्टर दर्शन पाल का दफ्तर था, वहां पे एक मीटिंग होती है कोऑर्डिनेशन कमेटी की। उस मीटिंग में जब दोबारा से ये चिट्ठी की बात उठी तो योगेंद्र यादव जी ने वो चिट्ठी दिखाई, जिसमें उन्होंने कहा कि 13 सितंबर को एक बैठक होती है जिसमें कुछ चुनिंदा लोगों को बुलाया जाता है, पूरे एसकेएम को नहीं बुलाया जाता। जबकि एसकेएम का नियम यह था कि कोई भी फैसला लिया जाएगा आंदोलन के बारे में तो वो एसकेएम की सबसे बड़ी मीटिंग में होगा, जिसमें तमाम किसान संगठन, 500 से अधिक किसान संगठन होंगे। योगेंद्र यादव जी ने बताया कि 13 सितंबर को एक चुनिंदा लोगों की बैठक होती है, वहां पे वो एक फ्लैट में होती है और वहां पे चर्चाएं होती हैं उन सिलेक्टेड लोगों के बीच में चिट्ठी के बारे में। और योगेंद्र यादव जी ने जो चिट्ठी भेजी गई वो हमें दिखाई। योगेंद्र यादव जी ने खुद ये बताया कि उनकी तरफ से उस 21-22 लोगों की मीटिंग में जितने भी थे, वो मुझे एग्जैक्ट याद नहीं है, बता देंगे डल्लेवाल जी। तो योगेंद्र यादव जी ने कहा कि उन्होंने ये प्रस्ताव रखा कि इस चिट्ठी में कुछ बदलाव किए जाने चाहिए। तो वहां कुछ लोग बोलते हैं कि जो बदलाव आप चाहते हैं वो बदलाव करके चिट्ठी दे दीजिए। खुद योगेंद्र यादव जी के ये शब्द हैं कि जब उन्होंने कुछ समय बाद वो बदलाव करके चिट्ठी भेजी तो सामने से जवाब आया कि वो चिट्ठी तो सरकार को जा चुकी है। उस समय हमने उस चिट्ठी के फोटो लिए। 30 नवंबर को जब काले कानून वापस हो चुके थे, हमने उस चिट्ठी के फोटो लिए। वहां पे हम बिल्कुल नाम के साथ बता रहे हैं, वहां पे बीकेयू चड़ूनी के राकेश बैंस भी मौजूद थे, उन्होंने भी उस चिट्ठी के फोटो लिए। वहां पे उस समय बीकेयू टिकैत का हिस्सा धर्मेंद्र मलिक भी मौजूद थे, उन्होंने भी उस चिट्ठी के अपने फोन में फोटो लिए। हम वहां मौजूद थे, हमने भी वहां फोटो लिए। हमारे लिए एक बहुत बड़ा वो धक्का था। हमने उस मुद्दे को उठाया कि आप लोगों ने किससे पूछ के ये चिट्ठी लिखी, सिलेक्टेड लोगों ने। जब बार बार हमने पूछा तो सामने से जवाब देने की बजाय वो थोड़ा नाराजगी दिखाने लग गए। साथियों, उसके बाद लगातार 7 से 8 महीनों तक हमने इस बात को कहीं भी मीडिया के सामने नहीं लाया, क्योंकि हम सब लोगों ने मिलजुल के अपने खून पसीने से इस एसकेएम को तैयार किया था। हम चाहते थे कि एसकेएम के अंदर, एसकेएम की मीटिंग में ये मुद्दे उठाए जाएं और इन मुद्दों पे बातचीत करके सर्वसम्मति से फैसले लिए जाएं। जिन्होंने गलत काम किया उनके ऊपर एक्शन लिए जाएं।
लेकिन बार बार हमारी बातें दबाई गई। उसके बाद हमने 4 तारीख को 4 जून को जो संगठन ना तो चिट्ठी लिखने में शामिल थे, जो संगठन ना पॉलिटिक्स में शामिल थे, उनकी एक रतिया हरियाणा के फतेहाबाद के रतिया में बैठक बुलाई। वहां पे हरियाणा, पंजाब और राजस्थान के 30 से अधिक संगठन शामिल हुए और हमने ये तय किया कि हम मिलजुल के एसकेएम की मीटिंग में इन मुद्दों को उठाएंगे। उसके बाद 25 तारीख को, उससे पहले एक बात और बता दूं, 8 जून को आपको याद होगा, 8 जून को एक एसकेएम की बैठक होनी थी, जिस बैठक को कैंसिल कर दिया गया। वो बैठक दूसरे साथियों ने इसलिए कैंसिल की क्योंकि रतिया में बैठक में हमने मुद्दे यूनाइटेड होकर उठाए थे। उसके बाद वहां से ये जवाब आया कि भाई इन मुद्दों पे पहले पंजाब के संगठनों से बातचीत करेंगे, फिर बड़ी मीटिंग बुलाएंगे। लेकिन पंजाब के संगठनों से कोई बातचीत नहीं करी गई। 25 तारीख को, 25 जून को बठिंडा में फिर दोबारा से बैठक होती है। उस बैठक में यह तय किया गया कि अपने मुद्दों को लेके हम जो बाकी एसकेएम के साथी हैं उनको एक पत्र लिखेंगे। वो पत्र हमने 28 तारीख को लिखा, जिस पत्र में हमने ये बातें उठाई। हमने ये कहा कि भाई जो भी व्यक्ति चिट्ठी लिखने के आरोपी हैं उनको मीटिंग में तो बुला लिया जाए। पहले पंजाब के साथियों का यह था कि मीटिंग में बुलाया ही ना जाए, लेकिन हरियाणा, पंजाब, राजस्थान, अन्य प्रदेश के साथियों ने बातचीत करके तय किया कि भाई चलो उनको बुला तो लिया जाए, क्योंकि पंचायत में जिसके ऊपर आरोप होते हैं उसको भी बुलाया जाता है, उनको बुला लिया जाए। लेकिन चर्चा के बाद जिसके ऊपर चिट्ठी लिखने का दोष साबित हो जाए उसको फैसला लेते समय वोट देने का अधिकार ना दिया जाए। ये हमने लिखित में चिट्ठी लिखी। दूसरा, हमने कहा कि किसी भी राजनीतिक संगठन को ना बुलाया जाए जो चुनाव में शामिल हुए हैं। लेकिन हमारी उस चिट्ठी का जवाब देने की बजाय उनमें से कुछ लोगों ने वो चिट्ठी व्हाट्सएप ग्रुप और मीडिया के अंदर वायरल कर दी। उसके बावजूद हम चुप रहे। हमने 2 तारीख को दोबारा नॉन पॉलिटिकल संगठनों ने गुरुद्वारा रकाबगंज साहिब में बैठक करी। पूरे दिन चर्चा करने के बाद हमारे मन की इच्छा यह थी कि एसकेएम की एकता, एसकेएम की यूनिटी सबसे इंपॉर्टेंट है, वो खंडित नहीं होनी चाहिए, वो टूटनी नहीं चाहिए। हमने 2 तारीख की शाम को फिर उनको लेटर लिखा दूसरे साथियों को। लेकिन उस समय तक आपको ये बात बता दूं, एक नया नियम ला दिया गया उन कुछ साथियों द्वारा। उन्होंने कहा कि भाई जिस संगठन के, मान लो 10 राज्यों में संगठन है जिसका, तो उसका हर राज्य से एक आदमी मीटिंग में बुलाया जाएगा। जबकि जब आंदोलन चला तो एसकेएम की मीटिंग का नियम यह था कि हर संगठन से मात्र 2 आदमी बुलाए जाएंगे। हमने ये सवाल उठाया कि मान लीजिए कोई संगठन है, वो बेशक 5 जिलों में हो एक स्टेट के, लेकिन वो 50,000 लोगों की मोबिलाइजेशन करता है। और दूसरी तरफ एक संगठन है जो अपने आप को 20 राज्यों का संगठन बताता है, लेकिन वो 2000 की मोबिलाइजेशन नहीं कर पाता। तो वो 5 जिलों का संगठन बड़ा है, ना कि वो 20 राज्यों वाला। तो हमने कहा कि जो नियम चलते आए हैं वही नियम चलाए जाए और मात्र 2 ही लोगों को और संगठन से बुलाया जाए। नहीं, इस पे ये बताना, सर 1 मिनट, ये बताना बड़ा जरूरी है। ये सारी चीजें शॉर्ट कर रहे हैं, इसको शॉर्ट कर देने। तो हमारा ये कहना, हम खत्म कर रहे हैं, हम अपनी बात को खत्म कर रहे हैं, हम अपनी बात को। उसमें हमने बार बार उनको ये कोशिश करी कि हमारी मांगों को सुना जाए, लेकिन जब उन्होंने नहीं सुना तो उसके बाद 12 तारीख को नॉन पॉलिटिकल संगठनों ने बैठक बुलाई। और अंतिम बात हम ये कहना चाहते हैं कि देखिए, ये मामला तय हुआ था कि एसकेएम नॉन पॉलिटिकल रहेगा, लेकिन एसकेएम के अंदर 3 तारीख की बैठक में पंजाब के उन 6 संगठनों को बुलाया गया जिनके प्रतिनिधियों ने डायरेक्ट इलेक्शन कॉन्टेस्ट किया था, उनको बुला लिया गया। लेकिन हरियाणा से एक व्यक्ति, एक साथी गुरनाम सिंह, जो डायरेक्ट इलेक्शन नहीं लड़े लेकिन जिन्होंने सिर्फ पार्टी बनाई थी, दूसरों को इलेक्शन लड़ाया था, उनको उस आधार पे बाहर रख दिया गया कि ये पॉलिटिकल हैं, जबकि जो डायरेक्ट इलेक्शन लड़े उनको वापस बुला लिया गया। हमारा ये स्पष्ट कहना था कि नॉन पॉलिटिकल रहना चाहिए एसकेएम, और नॉन पॉलिटिकल का नियम सबके ऊपर सख्ती से एक तरीके से लागू किया जाना चाहिए, कोई भी दोहरे मापदंड नहीं होने चाहिए। तो साथियों, बड़े दुखी मन के साथ आपसे हमने ये बात साझा करी है। हम एसकेएम की मजबूती के लिए, किसान आंदोलन की मजबूती के लिए काम करते रहेंगे। उसके लिए 2 बड़े प्रोग्राम आगे तय भी किए हैं जो आदरणीय डल्लेवाल जी रखेंगे। धन्यवाद। डल्लेवाल साहब, नाम दस्सियो जी ਉਹਨਾਂ डल्लेवाल जी ਪਹਿਲਾਂ ਇਹ ਦੱਸੋ ਐਸਕੇਐਮ ਦੀ 32 ਜਿਹੜੀ ਜਥੇਬੰਦੀਆਂ ਸੀ ਉਹਦੇ ਵਿੱਚੋਂ ਤੁਹਾਡੇ ਨਾਲ ਕੌਣ-ਕੌਣ ਹੈ ਇਸ ਟਾਈਮ? हाँ, बहुत देखो अपने आप स्पष्ट होने। पहली तो गल वो, मगर साडे 2 पत्रकारां दा सवाल है कि उन्हां दे नाम दस्सो जी चिट्ठी लिखण वालियां दे। जो साडे नाल 8 नवंबर दी मीटिंग दे विच राज्यपाल साहब ने मन्निया, मैं उही गल दसूंगा तुहानूं
ਰਾਜੇਵਾਲ ਸਾਹਿਬ ਨੇ ਇਹ ਗੱਲ ਕਹੀ ਕਿ ਕੁਲਵੰਤ ਸੰਧੂ ਦੀ ਗੱਲਬਾਤ 2 ਮੰਤਰੀਆਂ ਨਾਲ ਚੱਲ ਰਹੀ ਹੈ, ਹਰਮੀਤ ਕਾਦੀਆਂ ਦੀ ਸ਼੍ਰੀ ਰਵੀ ਸ਼ੰਕਰ ਨਾਲ ਗੱਲ ਚੱਲ ਰਹੀ ਹੈ, ਔਰ ਬੂਟਾ ਬੁਰਜਗਿੱਲ ਦੀ ਗੱਲ ਰਾਜ ਦੇ ਚੀਫ ਨਾਲ ਚੱਲ ਰਹੀ ਹੈ, ਔਰ ਮੈਂ ਉਸ ਉਹਨਾਂ ਮੀਟਿੰਗਾਂ ਦੇ ਵਿੱਚ ਨਾਲ ਹੁੰਨਾ ਹੈ। ਇੱਕ ਗੱਲ। ਨੰਬਰ 2, ਜਦੋਂ ਮੇਰਾ ਸਵਾਲ ਸੀਗਾ ਵੀ ਫਿਰ ਆਹ ਚਿੱਠੀ ਦੀ ਗੱਲ ਕੀ ਹੈ ਜੀ, ਉੱਥੇ ਫਿਰ ਇਹ ਮੰਨਦੇ ਨੇ ਕਿ ਜਦੋਂ ਸਾਡੀ ਉੱਥੇ ਉਹਨਾਂ ਨਾਲ ਗੱਲਬਾਤ ਹੁੰਦੀ ਹੈ, ਗੱਲ ਪੱਤਰਕਾਰ ਵੀਰ ਧਿਆਨ ਨਾਲ ਸਮਝ ਲਿਓ ਕਿ ਜਦੋਂ ਸਾਡੀ ਉੱਥੇ ਗੱਲਬਾਤ ਹੁੰਦੀ ਹੈ, ਫਿਰ ਜਿਹੜੀਆਂ ਗੱਲਾਂ 'ਤੇ ਸਹਿਮਤੀ ਹੋਈ ਉਹ ਅਸੀਂ ਸਹਿਮਤੀ ਲਿਖ ਕੇ ਦਿੱਤੀ ਹੈ। ਇਹ ਚਿੱਠੀ, ਇਹਦਾ ਮਤਲਬ ਉਹਨਾਂ ਚਾਰਾਂ ਨੇ ਇਹ ਚਿੱਠੀ ਲਿਖ ਕੇ ਦਿੱਤੀ। ਇਹ ਗੱਲ ਕਲੀਅਰ। ਹੁਣ ਤੁਹਾਡਾ ਸਵਾਲ ਸੀਗਾ ਕਿ ਉਹਨਾਂ ਦੇ ਵਿੱਚੋਂ ਤੁਹਾਡੇ ਨਾਲ ਕਿਹੜੇ ਨੇ। ਦੇਖੋ ਸਾਡੇ 32 ਚੋਂ ਮੈਂ ਬੇਨਤੀ ਇਹ ਕਰਾਂ, ਜੇਕਰ ਇਹਨੂੰ ਅਸੀਂ ਬਰੀਕੀ 'ਚ ਦੇਖੋਗੇ ਤਾਂ 32 ਦੇ ਵਿੱਚੋਂ ਬਹੁਤ ਸਾਰੀਆਂ ਜਥੇਬੰਦੀਆਂ ਉਹ ਬੈਠੀਆਂ ਨੇ ਜਿਨ੍ਹਾਂ ਨੇ ਸਾਡੇ 'ਚ ਬੈਠੀਆਂ ਨੇ ਜਿਹੜੀਆਂ ਜਿਨ੍ਹਾਂ ਨੇ ਜਦੋਂ ਉਹਨਾਂ ਦੀਆਂ ਲੀਡਰਾਂ ਨੇ ਅਨਾਉਂਸਮੈਂਟ ਕਰਤੀ ਵੀ ਅਸੀਂ ਚੋਣਾਂ 'ਚ ਜਾਵਾਂਗੇ, ਉਹਨਾਂ ਨੇ ਆਪਦੀਆਂ ਜਥੇਬੰਦੀਆਂ ਨੂੰ ਮਤਲਬ ਸਪਲਿਟ ਹੋ ਗਈਆਂ, ਜਥੇਬੰਦੀਆਂ ਟੁੱਟ ਗਈਆਂ। ਉਹਨਾਂ ਨੇ ਇੱਕ ਹਿੱਸਾ ਜਿਨ੍ਹਾਂ ਜਿਹੜੇ ਨਾਨ ਪੋਲੀਟੀਕਲ ਰਹਿਣਾ ਚਾਹੁੰਦੇ ਸੀ ਉਹ ਸਾਡੇ ਨਾਲ ਖੜ ਗਏ, ਜਿਹਦੇ ਸਬੂਤ ਦੇ ਤੌਰ ਦੇ ਉੱਤੇ ਮੈਂ ਇਹ ਕਹਿ ਸਕਦਾ ਕਿ ਬਲਵਿੰਦਰ ਰਾਜੂ ਸਾਡੇ ਨਾਲ ਹੁੰਦਾ ਸੀ, ਪੋਲੀਟੀਕਲ ਚਲਾ ਗਿਆ, ਉਹਨਾਂ ਦਾ ਸਾਥੀ ਉਹ ਖੜੇ ਨੇ। ਕੀ ਨਾਂ ਤੁਹਾਡਾ? ਸ਼ੁਭ ਨਾਮ? ਸਤਨਾਮ ਸਿੰਘ ਜੀ। ਠੀਕ ਆ ਜੀ। ਅਗਲੀ ਗੱਲ, ਭੋਗ ਸਿੰਘ ਮਾਨਸਾ ਦਾ ਮਾਨਸਾ ਸੰਗਠਨ ਸੀ, ਉਹ ਸੰਗਠਨ ਨੇ ਭੋਗ ਸਿੰਘ ਹੀ ਕੱਢਤਾ, ਉਹ ਸੰਗਠਨ ਸਾਡੇ ਨਾਲ ਖੜਾ ਹੈ। ਇੱਧਰ ਕਾਦੀਆਂ ਵਾਲੇ ਬੈਠੇ ਨੇ, ਕਿੱਥੇ ਨੇ ਉਹ ਬੈਠੇ ਨੇ, ਉਹ ਖੋਸਾ ਸਾਹਿਬ ਆ ਖੜੇ ਨੇ ਤੁਹਾਡੇ ਸਾਹਮਣੇ, ਪੰਗੂ ਸਾਹਿਬ ਹੋਰੀ। ਇਹਨਾਂ ਨੇ ਜਿਸ ਵੇਲੇ ਕਾਦੀਆਂ ਨੇ ਲਾਈਨ ਖਿੱਚੀ ਤੇ ਇਹਨਾਂ ਨੇ ਲਾਈਨ ਖਿੱਚ ਲਈ ਵੀ ਅਸੀਂ ਚੋਣਾਂ ਨਾ ਲੜਨ ਵਾਲਿਆਂ ਦੇ ਵਿੱਚ ਆ, ਚੋਣਾਂ ਲੜਨ ਵਾਲਿਆਂ 'ਚ ਨਹੀਂ ਆ। ਸੋ ਮੇਰਾ ਕਹਿਣ ਦਾ ਭਾਵ ਆ ਜਿਹੜੇ ਚੋਣਾਂ ਨਾ ਲੜਨ ਵਾਲੇ ਬਹੁਤ ਸਾਰੇ ਸੰਗਠਨ ਜਿਨ੍ਹਾਂ ਨੂੰ ਕਿਸੇ ਵੀ ਗਿਣਤੀ 'ਚ ਨਹੀਂ ਸੀ ਗਿਣਿਆ ਜਾਂਦਾ, ਉਹ ਅੱਜ ਸਾਡੇ ਨਾਲ ਖੜੇ ਨੇ। ਹੁਣ ਰਹਿ ਗਈ ਗੱਲ ਵੀ ਉਧਰ ਕਿਹੜੇ ਨੇ, ਉਹ 25 ਹਾਂ ਡਫਰ ਹੈ, ਸਿਰਸਾ ਸਾਹਿਬ ਬੈਠੇ ਨੇ, ਉਹ ਉਧਰ ਉਹ ਬੈਠੇ ਨੇ, ਰੜਾ ਸਾਹਿਬ ਬੈਠੇ ਨੇ, ਐਡੀ ਨਹੀਂ ਗੱਲ ਹੈ। ਹੁਣ ਕੋਟਬੁੱਢਾ ਜੀ ਬੈਠੇ ਨੇ ਸਾਡੇ ਵਿੱਚ ਪੁਰਾਣਿਆਂ 'ਚੋਂ। ਮੇਰੀ ਬੇਨਤੀ ਹੈ ਵੀ ਜਿਹੜੇ ਚੋਣਾਂ ਲੜਨ ਵਾਲੇ 25 ਇਕੱਠੇ ਹੋਏ ਸੀ ਉਹਨਾਂ ਨੂੰ ਅਸੀਂ ਹੀ ਨਹੀਂ ਵਿੱਚ ਆਉਣ ਦੇਣਾ ਯਾਰ। ਉਹਨਾਂ ਨੂੰ ਕਿਸੇ ਵੀ ਕੀਮਤ ਦੇ ਉੱਤੇ ਚੋਣਾਂ ਲੜਨ ਵਾਲਿਆਂ ਲਈ ਸਾਡਾ ਦਰਵਾਜ਼ਾ ਬੰਦ ਹੈ, ਉਹਨਾਂ ਨੂੰ ਕਿਸੇ ਕੀਮਤ ਦੇ ਵਿੱਚ ਇਹਦੇ 'ਚ ਐਂਟਰੀ ਨਹੀਂ ਕਰਨ ਦਿਆਂਗੇ। ਯਾਨੀ ਕਿ ਸਾਰੇ ਕਿਸਾਨ ਜਥੇਬੰਦੀਆਂ 2-2 ਧੜੇ ਹੋ ਕੇ ਇੱਕ ਉੱਧਰ ਚਲ ਗਈ, ਇੱਕ ਤੁਹਾਡੇ ਨਾਲ ਇੱਕ ਸਾਡੇ ਨਾਲ ਆਈ ਖੜੀ ਹੈ, ਜਿਨ੍ਹਾਂ ਨੂੰ ਇਹ ਹੈ ਕਿ ਅਸੀਂ ਰਾਜਨੀਤਿਕ, ਦੇਖੋ ਗੱਲ ਕੀ ਹੈ, ਐਸਕੇਐਮ ਹਾਸੇ ਵਾਲੀ ਗੱਲ ਨਹੀਂ ਹੈ, ਬੜੀ ਸਮਝਣ ਵਾਲੀ ਗੱਲ ਹੈ। ਐਸਕੇਐਮ ਦੀ ਭਾਵਨਾ ਸੀ ਵੀ ਇਹ ਅਸੀਂ ਨਾਨ ਪੋਲੀਟੀਕਲ ਰਹਿਣਾ ਹੈ, ਉਹ ਤਾਂ ਹੀ ਛੱਡੀਆਂ ਨਾ ਉਹਨਾਂ ਦੀਆਂ ਜਥੇਬੰਦੀਆਂ ਨੇ, ਤਾਂ ਹੀ ਆਪਦੇ ਲੀਡਰਾਂ ਨੂੰ ਛੱਡਿਆ। ਤੁਹਾਨੂੰ ਜਦੋਂ ਐਸਕੇਐਮ ਬਣੀ ਸੀਗੀ ਉਦੋਂ ਤੁਸੀਂ ਰਾਜਨੀਤਿਕ ਲੀਡਰ ਕਿਉਂ ਨਹੀਂ ਰਹੇ ਸੀ? ਗੁਰਨਾਮ ਚੜੂਨੀ ਉਹ ਇਲੈਕਸ਼ਨ ਲੜੇ ਹੋਏ ਸੀ, ਉਹਨਾਂ ਨੂੰ ਜੋਗਿੰਦਰ ਯਾਦਵ ਵੀ ਲੜੇ ਨੇ, ਰਾਕੇਸ਼ ਟਿਕੈਤ ਵੀ ਲੜੇ ਹੋਏ ਨੇ। ਚੁੱਪ ਸੀਗੇ, ਜੇ ਉਸ ਵੇਲੇ ਉਹ ਇਲੈਕਸ਼ਨ ਲੜ ਕੇ ਤੁਹਾਡੇ ਵਿੱਚ ਆ ਸਕਦੇ ਸੀ ਤਾਂ ਹੁਣ ਵਾਲਿਆਂ ਨੂੰ ਕੀ ਪ੍ਰੋਬਲਮ ਹੈ? ਬਹੁਤ ਸੋਹਣੀ ਸਵਾਲ ਹੈ ਤੁਹਾਡਾ ਵੀ ਉਦੋਂ ਇਹ ਕਿਵੇਂ ਲੈ ਲਏ ਗਏ। ਮੀਟਿੰਗ ਹੁੰਦੀ ਆ ਜੀ 27 ਅਕਤੂਬਰ ਨੂੰ, 27 ਅਕਤੂਬਰ 2020 ਦਿੱਲੀ ਦੇ ਵਿੱਚ, ਉਸੇ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਵਿੱਚ। ਔਰ ਉਸ ਮੀਟਿੰਗ ਦੇ ਵਿੱਚ ਬਲਦੇਵ ਸਿੰਘ ਸਿਰਸਾ ਜੀ ਵੀ ਗਏ ਨੇ, ਸਾਡੇ ਬਲਦੇਵ ਕਾਕਾ ਸਿੰਘ ਕੋਟੜਾ ਗਏ ਨੇ। ਔਰ ਉਸ ਮੀਟਿੰਗ ਦੇ ਵਿੱਚ AIKSCC ਨੇ ਮੀਟਿੰਗ ਸੱਦੀ ਸੀ। ਉਹ ਸਾਡੇ ਵੀ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਸੱਦੇ ਤੇ ਅਸੀਂ ਉੱਥੇ ਲਕੀਰ ਖਿੱਚਤੀ ਸੀ ਕਿ ਅਸੀਂ ਤੁਹਾਡੀ ਇਸ ਕਮੇਟੀ ਨਾਲ ਸਹਿਮਤ ਨਹੀਂ ਹਾਂ। ਅਸੀਂ ਉੱਥੇ ਲਕੀਰ ਖਿੱਚਤੀ ਸੀ ਕਿ ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂ। ਮੈਂ ਪੂਰੀ ਕਰ ਦੇਣਾ ਗੱਲ। ਉੱਥੇ ਕਮੇਟੀ ਕਿਹੜੀ ਬਣੀ? ਉਸ ਕਮੇਟੀ ਦੇ ਵਿੱਚ ਆ ਗਏ ਜੀ ਯੋਗਿੰਦਰ ਯਾਦਵ, ਰਾਜੂ ਸ਼ੈਟੀ, ਇੱਕ ਆ ਗਿਆ VM ਸਿੰਘ, ਇੱਧਰੋਂ ਆ ਗਏ ਆਪਣਾ ਗੁਰਨਾਮ ਸਿੰਘ ਚੰਨੂਨੀ ਤੇ ਰਾਜੇਵਾਲ ਜੀ। ਇਹ 5 ਆਦਮੀ ਲੈ ਲਏ। ਅਸੀਂ ਕਿਹਾ ਵੀ ਅਸੀਂ ਨਾਨ ਪੋਲੀਟੀਕਲ ਵਿਚਾਰ ਵਾਲੇ ਲੋਕ ਆ, ਅਸੀਂ ਸੋਚਾਂਗੇ ਅਸੀਂ ਕੀ ਕਰਨਾ ਹੈ। ਤਾਂ ਉਸ ਤੋਂ ਬਾਅਦ ਸਾਡੀ ਰਾਸ਼ਟਰੀ ਕਿਸਾਨ ਮਹਾਸੰਘ ਦੀ ਮੀਟਿੰਗ ਹੋਣੀ ਸੀ। ਰਾਜੇਵਾਲ ਜੀ ਦੀ ਮੈਨੂੰ ਚਿੱਠੀ ਆਉਂਦੀ ਆ, ਔਰ ਉਹ ਚਿੱਠੀ 'ਚ ਲਿਖ ਕੇ ਕਹਿੰਦੇ ਨੇ ਵੀ ਕਿਰਪਾ ਕਰਕੇ ਇਸ ਥੜੇ ਨੂੰ ਵੀ ਇਸ ਅੰਦੋਲਨ ਦੇ ਵਿੱਚ ਇਨਵੋਲਵ ਕਰਵਾਓ, ਸ਼ਾਮਲ ਕਰਵਾਓ, ਤਾਂ ਕਿ ਆਪਾਂ ਸਰਕਾਰ ਨਾਲ ਲੜਾਈ ਵੱਡੀ ਹੈ ਲੜੀ ਜਾ ਸਕੇ। ਔਰ ਉਹਦੀ ਮੀਟਿੰਗ ਕਰਵਾਈ ਅਸੀਂ ਦੁਬਾਰਾ। ਉਹ ਮੀਟਿੰਗ ਹੁੰਦੀ ਹੈ ਸਾਡੀ 3 ਨਵੰਬਰ ਨੂੰ, ਰਾਸ਼ਟਰੀ ਕਿਸਾਨ ਮਹਾਸੰਘ ਦੀ ਕਰਵਾਉਣੀ ਅਸੀਂ ਉੱਥੇ ਰਕਾਬਗੰਜ ਜੀ। ਉਹ ਹੁੰਦੀ ਹੈ, ਉਹਦੇ ਵਿੱਚ ਸਭ ਤੋਂ ਵੱਡਾ ਡੰਡਾ ਸਾਡੇ ਵਾਸਤੇ ਇਹੀ ਅੜਿਆ ਰਿਹਾ ਕਿ ਇਹ ਰਾਜਨੀਤੀ ਕਰਨ ਵਾਲੇ ਲੋਕ ਨੇ, ਅਸੀਂ ਇਹਨਾਂ ਨਾਲ ਕਿਵੇਂ ਕਰਾਂਗੇ।
ਤਾਂ ਉਸੇ ਜੋ ਗੱਲ ਇਹ ਨਿਕਲ ਕੇ ਆਈ ਕਿ 7 ਤਰੀਕ ਨੂੰ ਫਿਰ ਮੀਟਿੰਗ ਹੁੰਦੀ ਹੈ ਔਰ ਉਸ ਮੀਟਿੰਗ ਦੇ ਵਿੱਚ ਇੱਕ ਲਕੀਰ ਖਿੱਚੀ ਗਈ ਕਿ ਤੁਸੀਂ ਪਿੱਛੇ ਕੀ ਹੋ, ਕੀ ਰਹੇ ਹੋ, ਲੇਕਿਨ ਕੋਈ ਪੋਲੀਟੀਕਲ ਲੀਡਰ ਸਾਡੀ ਸਟੇਜ ਤੇ ਨਹੀਂ ਆਊਗਾ। ठीक बात। ਕਿਸੇ ਪੋਲੀਟੀਕਲ ਸਟੇਜ ਤੇ ਸਾਡਾ ਕੋਈ ਬੰਦਾ ਨਹੀਂ ਜਾਊਗਾ, ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਕਰਨ ਦੇਵਾਂਗੇ, ਕਿਸੇ ਲੀਡਰ ਨੂੰ ਨਹੀਂ ਆਉਣ ਦੇਵਾਂਗੇ। ਇਹਦੇ ਤੇ ਆ ਕੇ ਫਿਰ ਮਤਲਬ ਸਹਿਮਤੀ ਹੋਈ ਸੀ। ਹੋਰ ਸਵਾਲ ਹੁਣ ਆਉਂਦੇ ਨੇ ਐਸਐਸਐਮ ਛੱਡ ਕੇ ਆਉਂਦੇ ਨੇ ਤੇ ਦਿੱਕਤ ਕੀ ਹੈ? ਗੱਲ ਤਾਂ ਫਿਰ ਉਹੀ ਆ। ਸਵਾਲ ਇਹ ਹੈ, ਤੁਹਾਡਾ ਬਹੁਤ ਵਧੀਆ ਸਵਾਲ ਹੈ। ਇਹ ਹੁਣ ਦੀ ਗੱਲ ਹੈ ਨਾ, ਅਸੀਂ ਉਹ ਉਦੋਂ ਸਮਾਂ ਸੀਗਾ, ਅੱਜ ਅਸੀਂ ਐਸਕੇਐਮ। ਦਾ ਮਤਲਬ ਕੀ ਹੈ ਕਿ ਸਰਕਾਰ ਨਾਨ ਪੋਲੀਟੀਕਲ ਲੋਕਾਂ ਦੀ ਜਿਹੜੀ ਲੜਾਈ ਲੜ ਰਹੇ ਹਾਂ ਅਸੀਂ, ਉਹਨਾਂ ਨੂੰ ਤੇ ਰਾਜਨੀਤੀ ਕਰਨ ਵਾਲੀਆਂ ਰਾਜਨੀਤਿਕ ਪਾਰਟੀਆਂ ਨੂੰ ਅਸੀਂ ਕਿਸਾਨਾਂ ਦੇ ਮਸਲੇ ਸੁਲਝਾਉਣ ਵਾਸਤੇ ਆਏ ਹਾਂ। ਅਸੀਂ ਕਿਸੇ ਸਰਕਾਰ ਡੇਗਣ ਦਾ ਜਾਂ ਸਰਕਾਰ ਬਣਾਉਣ ਦਾ ਸਾਡਾ ਕਦੇ ਕੋਈ ਪਰਪਸ ਨਹੀਂ ਹੁੰਦਾ। ਸਵਾਲ ਜਿਹੜਾ ਸਾਥੀ ਪੁੱਛ ਰਿਹਾ, ਪਰ ਇੱਕ ਵੱਡਾ ਸਵਾਲ ਆ ਕਿ ਐਮਐਸਪੀ ਕਮੇਟੀ ਵਾਲੇ ਤੁਸੀਂ ਕਹਿ ਰਹੇ ਹੋ ਕਿ ਉਹ ਸਾਰੀ ਸਰਕਾਰ ਦੀ ਹਮਾਇਤ ਕਰ बंद कर लो भाई। ਨੀਤੀ ਕਿਉਂ ਨਾ ਸਮਰਥਨ ਕੀਤੀ? 2-3 मिनट बच्चों का। ਵੱਡਾ ਸਵਾਲ ਇੱਥੇ ਡੱਲੇਵਾਲ ਸਾਹਿਬ ਇਹ ਹੈ ਕਿ ਜਿਹੜੇ 3 ਮੈਂਬਰ ਤੁਹਾਡੇ ਖਾਲੀ ਛੱਡੇ ਗਏ ਐਸਕੇਐਮ ਦੇ ਵੱਲੋਂ ਜਿਹੜੇ 3 ਮੈਂਬਰ ਤੁਸੀਂ ਦੇ ਰਹੇ ਹੋ ਜਾਂ ਦੂਸਰੇ ਦੇ ਰਹੇ ਆ, ਕਿਹੜਾ ਧੜਾ ਦੇਵੇਗਾ? ਦੇਖੋ, ਸਾਡੇ ਵੱਲੋਂ ਕਲੀਅਰ ਹੈ ਕਿ ਅਸੀਂ ਐਸੀ ਕਮੇਟੀ ਦੇ ਵਿੱਚ ਬਿਲਕੁਲ ਕੋਈ ਬੰਦਾ ਨਹੀਂ ਦੇਵਾਂਗੇ। ਕਲੀਅਰ ਹੋ ਚੁੱਕਿਆ ਹੈ। ਉਹ ਦਿੰਦੇ ਫਿਰ ਇਤਰਾਜ਼ ਹੋਊਗਾ। ਨਹੀਂ, ਦੇਖੋ ਇਹ ਗੱਲ ਕੀ ਹੈ, ਮੈਂ ਫਿਰ ਇੱਕ ਬੇਨਤੀ ਕਰਦਾ, ਐਸਕੇਐਮ ਨਾਨ ਪੋਲੀਟੀਕਲ, ਜਦੋਂ ਸਾਡਾ ਐਸਕੇਐਮ ਅਸੀਂ ਲੈ ਕੇ ਨਾਨ ਪੋਲੀਟੀਕਲ ਚੱਲੇ ਆ, ਤਾਂ ਜਿਹੜਾ ਐਸਕੇਐਮ ਉਸੇ ਸਿਧਾਂਤ ਤੇ ਉਸੇ ਸੰਵਿਧਾਨ ਤੇ ਖੜਾ ਹੈ, ਉਹ ਬਿਲਕੁਲ ਕੋਈ ਬੰਦਾ ਨਹੀਂ ਦੇਗਾ। ਅਗਰ ਪੋਲੀਟੀਕਲ ਲੋਕਾਂ ਤੋਂ ਸਰਕਾਰ ਨੇ ਕੋਈ ਬੰਦੇ ਲੈਣੇ, ਉਹਨਾਂ ਨੇ ਦੇਣੇ, ਉਹਨਾਂ ਦੀ ਉਹ ਜਾਣਨ। ਕਿਹੜੀ ਆਥੋਰਾਈਜ਼ ਹੋਊਗੀ ਫਿਰ ਐਸਕੇਐਮ? ਉਹ ਹੋਊਗੀ ਕਿ ਦੇਖੋ, ਇਹ ਤਾਂ ਐਮਐਸਪੀ ਕਮੇਟੀ ਚ ਹਾਜ਼ਰੀ ਐਸਕੇਐਮ ਕਿਹੜੀ ਵੱਡੀ ਜਾਵੇ? ਗੱਲ ਕੀ ਹੈ? ਆਪਦੀ ਗੱਲ ਕਿਸਾਨਾਂ ਦਾ ਮਸਲਾ ਤਾਂ ਤਾਂ ਹੀ ਹੱਲ ਹੋਏਗਾ ਤੇ ਤੁਹਾਡਾ ਇੱਕ ਸਵਾਲ, ਇੱਕ ਬਾਰ-ਬਾਰ ਸਵਾਲ ਕਰੀ ਜਾਇਓ, ਮੈਂ ਸਾਰੇ ਸਵਾਲਾਂ ਦੇ ਜਵਾਬ ਦੇਵਾਂਗਾ। ਪਹਿਲਾ ਪ੍ਰੋਗਰਾਮ ਨਾ ਤੁਸੀਂ ਪਹਿਲੇ ਤਾਂ ਸਕੈਮ ਦੇ ਨਿੱਜੇ ਪ੍ਰੋਗਰਾਮ ਇੱਕ ਮਿੰਟ ਠਹਿਰ ਜਾਓ, ਮੈਨੂੰ ਤਾਂ ਸਵਾਲਾਂ ਦੇ ਜਵਾਬ ਜਿੰਨਾ ਚਿਰ ਨਹੀਂ ਤਸੱਲੀ ਹੁੰਦੀ ਉਹਨਾਂ ਚਿਰ ਗੱਲ ਨਹੀਂ ਬਣਨੀ। ਤੁਸੀਂ ਸਾਰੇ ਇਕੱਠੇ ਹੋਏ ਹੋ, ਅਸੀਂ ਸੱਦੇ ਹਾਂ, ਅਸੀਂ ਵੀ ਬੁਲਾਏ ਹੈ। ਸਵਾਲ ਹੈ ਸਰ, ਇਹ ਅਗਰ ਸਭ ਤੋਂ ਵੱਡਾ, ਜੇਕਰ ਤੁਸੀਂ ਵੀ ਨੁਮਾਇੰਦਗੀ ਨਹੀਂ ਕਰਦੇ, ਆਪਣੇ 3 ਬੰਦੇ ਨਹੀਂ ਦਿੰਦੇ, ਉਹ ਵੀ ਨਹੀਂ ਦਿੰਦੇ, ਤਾਂ ਗੱਲ ਕੌਣ ਕਰੇਗਾ? ਬੇਟੇ ਗੱਲ ਸੁਣਿਓ, ਤੁਸੀਂ, ਤੁਹਾਡਾ ਸਵਾਲ ਬਹੁਤ ਇੰਪੋਰਟੈਂਟ ਹੈ। ਚਿੰਤਤ ਅਸੀਂ ਵੀ ਹਾਂ। उत्तर देते हो। ਇੱਕ ਮਿੰਟ, ਨਹੀਂ ਸੁਣਿਓ ਮੇਰੀ ਗੱਲ, ਚਿੰਤਤ ਅਸੀਂ ਵੀ ਹਾਂ ਇਸ ਗੱਲ ਤੋਂ। ਸੁਣੋ ਬੜਾ ਧਿਆਨ ਨਾਲ, ਇਹ ਕਮੇਟੀ ਹੈ ਕੀ ਚੀਜ਼? ਇਸ ਕਮੇਟੀ ਦੇ ਵਿੱਚ ਜਿਹੜੇ ਲੋਕਾਂ ਨੇ ਅੰਦੋਲਨ ਲੜਿਆ ਹੀ ਨਹੀਂ, ਅਗਰ ਉੱਥੋਂ ਚੱਕ ਕੇ ਬੰਦੇ ਕਮੇਟੀ 'ਚ ਪਾ ਕੇ ਤੇ 5 ਪਹਿਲਾਂ ਹੀ ਬਿਠਾ ਲਏ ਜਾਣਗੇ ਤੇ 3 ਸਾਡੇ ਬਿਠਾਏ ਜਾਣਗੇ, ਕੀ ਅਸੀਂ ਉਮੀਦ ਰੱਖਦੇ ਹਾਂ ਕਿ ਉੱਥੋਂ ਸਾਡੇ ਅੰਦੋਲਨ ਦੇ ਸਾਡੀ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਹੋਣਗੀਆਂ? ਸਗੋਂ ਸਾਨੂੰ ਉਹ ਕਮੇਟੀ ਦੇ ਵਿੱਚ ਬਿਠਾ ਕੇ ਸਾਡੇ ਅੰਦੋਲਨ ਨੂੰ ਇੱਕ ਤਰ੍ਹਾਂ ਦਾ ਬ੍ਰੇਕ ਲਾ ਕੇ ਰੱਖਣ ਵਾਲੀ ਗੱਲ ਆ, ਸਰਕਾਰ ਦੀ ਸਾਜ਼ਿਸ਼ ਹੈ, ਜਿਹਨੂੰ ਅਸੀਂ ਚੰਗੀ ਤਰ੍ਹਾਂ ਸਮਝਦੇ ਹਾਂ। ਉਸ ਹਾਲਾਤਾਂ 'ਚ ਹੱਲ ਕੀ ਹੈ? ਦੇਖੋ, ਹਾਂ, ਸਾਡਾ ਹੱਲ ਕੀ ਹੈ ਮੈਂ ਦੱਸਦਾ, ਕਿੱਡਾ ਵਧੀਆ ਹੱਲ ਹੈ, ਬਹੁਤ ਵਧੀਆ ਹੱਲ ਪਿਆ ਹੈ। ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਸ ਵੇਲੇ ਆਪਣੀ ਹੀ ਸਟੇਟ ਦੇ ਮੁੱਖ ਮੰਤਰੀ ਸੀ, ਉਹਨਾਂ ਦੇ ਸਮੇਂ ਦੀ ਇੱਕ ਇਹਨਾਂ ਦੀ ਕਮੇਟੀ ਬਣੀ ਤੇ ਉਸ ਕਮੇਟੀ ਦੇ ਚੇਅਰਮੈਨ ਸੀ, ਮੇਰੇ ਖਿਆਲ ਚੇਅਰਮੈਨ ਸੀ ਮੁੱਖ ਮੰਤਰੀਆਂ ਦੀ ਕਮੇਟੀ ਦੇ, ਔਰ ਉਸ ਕਮੇਟੀ ਦੇ ਵਿੱਚ ਰਿਕਮੈਂਡੇਸ਼ਨ ਇਹਨਾਂ ਦੀ ਆਪਦੀ ਪਈ ਹੈ ਕਿ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਕਿਸਾਨਾਂ ਨੂੰ ਦਿੱਤਾ ਜਾਏ। ਇਹਨਾਂ ਦੀ ਆਪਦੀ ਕਮੇਟੀ ਹੈ, ਉਹਦੀ ਰਿਕਮੈਂਡੇਸ਼ਨ ਪਈ ਹੈ, ਕਿਰਪਾ ਕਰਕੇ ਲਾਗੂ ਕਰ ਦੇਣ। ਅਸੀਂ ਮੰਗਦੇ ਹਾਂ ਐਮਐਸਪੀ ਦੀ ਗਰੰਟੀ ਦਾ ਕਾਨੂੰਨ, ਨਾ ਕਿ ਕਮੇਟੀ। ਇਹਨਾਂ ਦੀ ਆਪਦੀ ਰਿਕਮੈਂਡੇਸ਼ਨ ਪਈ ਹੈ, ਲਾਗੂ ਕਰ ਦੇਣ। ਇਹੀ ਹੱਲ ਹੈ। कर दिया ना तो ਡੱਲੇਵਾਲ ਸਾਹਿਬ, ਤੁਸੀਂ ਚਿੱਠੀ ਦੀ ਗੱਲ ਕਰ ਰਹੇ ਹੋ, ਜਿਹੜੀ ਚਿੱਠੀ ਲਿਖੀ ਗਈ ਸੀ ਉਸ ਚਿੱਠੀ ਨੂੰ ਸਰਕਾਰ ਤੱਕ ਪਹੁੰਚ ਗਈ। ਜੇਕਰ ਹੁਣ ਦੂਸਰਾ ਐਸਕੇਐਮ ਆਪਣੇ 3 ਮੈਂਬਰ ਭੇਜ ਦਿੰਦਾ ਹੈ, ਉਹ ਅਗਰੀ ਕਰ ਜਾਂਦੇ ਨੇ ਸਰਕਾਰ ਦੇ ਨਾਲ, ਤਾਂ ਫਿਰ ਕਿਸਾਨਾਂ ਦਾ ਤਾਂ ਉੱਥੇ ਹੀ ਮੁੱਦਾ ਰਹਿ ਗਿਆ। ਦੇਖੋ, ਸਾਡੀ ਲੜਾਈ ਹੈ ਜਿਹੜੀ, ਅਸੀਂ 3 ਕਾਨੂੰਨਾਂ ਦੀ ਲੜਾਈ ਲੜ ਲਈ। ਅੱਜ ਸਾਡੀ ਲੜਾਈ ਹੈ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਲੈਣ ਦੀ। ਸਾਡੀ ਲੜਾਈ ਕਮੇਟੀ ਦੀ ਹੈ ਹੀ ਨਹੀਂ। ਅਸੀਂ ਗਰੰਟੀ ਦਾ ਕਾਨੂੰਨ ਲੈਣ ਵਾਸਤੇ ਪ੍ਰੋਗਰਾਮ ਦੇ ਚੁੱਕੇ ਹਾਂ। 22 ਤਰੀਕ ਦਾ ਸਾਡਾ ਪ੍ਰੋਗਰਾਮ ਆ ਗਿਆ। ਸਾਡੇ, ਮੈਂ ਤੁਹਾਨੂੰ ਇੱਕ ਬੇਨਤੀ ਕਰ ਲਾਂ ਨਿੱਕੀ ਜੀ, ਸਵਾਲ ਤੁਹਾਡੇ ਖੜੇ ਨੇ, ਸਵਾਲ ਸਾਰੇ ਲੈਣਾ। ਇੱਕ ਸਾਡਾ ਮਤਲਬ ਲੀਡਰ ਰਹੇਗਾ, ਉਹਨੇ ਤੁਹਾਨੂੰ ਮਤਲਬ ਅਗਲੇ ਪ੍ਰੋਗਰਾਮਾਂ ਬਾਰੇ ਦੱਸ ਦੂਗਾ। यूपी वाला पर लीडर में कितने आत्मजीत इधर आ जाएंगे, मैं खड़ा हो जाऊंगा। आत्मजीत जी इधर आओ। आप प्रोग्राम बता दो। आत्मजीत तो बात है।
ਪਹਿਲਾਂ ਪ੍ਰਧਾਨ ਜੀ ਪ੍ਰੋਗਰਾਮ ਕਲੀਅਰ ਕਰ ਦਿਓ ਹੈਂ? ਜਿਹੜੇ ਪ੍ਰੋਗਰਾਮ ਦਿੱਤੇ ਆ ਨਾ ਹੈਂ? ਸਟੇਟ ਵਾਲੇ ਤੇ ਪੰਜਾਬ ਵਾਲੇ टाइम चल रहा है ਦੇਖੋ ਗੱਲ ਇਹ ਹੈ ਪ੍ਰੋਗਰਾਮ ਦੋ ਦਿੱਤੇ ਨੇ। ਇੱਕ ਪ੍ਰੋਗਰਾਮ ਦਿੱਤਾ ਹੈ ਕਿ ਅਸੀਂ 22 ਅਗਸਤ ਨੂੰ ਜੰਤਰ ਮੰਤਰ ਦੇ ਉੱਤੇ ਇੱਕ ਵੱਡਾ ਇਕੱਠ ਕਰਕੇ ਇੱਕ ਦਿਨ ਦਾ ਪ੍ਰੋਗਰਾਮ ਕਰਾਂਗੇ ਔਰ ਉਹਦੇ ਵਿੱਚ ਰਾਸ਼ਟਰਪਤੀ ਨੂੰ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦੋਹਾਂ ਨੂੰ ਮੰਗ ਪੱਤਰ ਸਾਡੇ ਜਾਣਗੇ। ਇਹ ਸਾਡਾ ਪ੍ਰੋਗਰਾਮ ਹੈ ਇੱਕ। ਨੰਬਰ 2 ਦੂਸਰਾ ਹੈ ਕਿ ਸਾਡੇ ਮਹਾਨ ਸ਼ਹੀਦ ਊਧਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ 31 ਜੁਲਾਈ ਨੂੰ। ਉਹ ਸਾਨੂੰ ਸਾਡੇ ਭਾਈਚਾਰੇ ਨੇ, ਸਾਡੇ ਉਹਨਾਂ ਵੀਰਾਂ ਨੇ ਜਿਨ੍ਹਾਂ ਨੇ ਕੰਬੋਜ ਭਾਈਚਾਰੇ ਨੇ ਇੱਕ ਐਪਲੀਕੇਸ਼ਨ ਦਿੱਤੀ ਹੈ ਕਿ ਉਸ ਦਿਨ ਕਿਸੇ ਤਰ੍ਹਾਂ ਦਾ ਕੋਈ ਅਜਿਹਾ ਨਾ ਹੋਵੇ, ਉਹਨੂੰ ਧਿਆਨ 'ਚ ਲੈ ਕੇ ਅਸੀਂ ਸਾਰਿਆਂ ਨੇ ਪ੍ਰੋਗਰਾਮ ਬਣਾਇਆ। ਆ ਜਿਹੜੇ ਨਾਨ ਪੋਲੀਟੀਕਲ ਵਾਲੀ ਲਾਈਨ ਦੇ ਸਾਰੇ ਲੋਕ ਹੈ ਕਿ ਅਸੀਂ ਉੱਥੇ ਹੀ ਆਪਣੇ ਸੁਨਾਮ ਦੇ ਵਿੱਚ ਜਾ ਕੇ ਅਸੀਂ ਸਾਡੇ ਉਸ ਮਹਾਨ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕਰਾਂਗੇ ਔਰ ਉੱਥੇ ਇੱਕ ਬੜਾ ਪ੍ਰੋਗਰਾਮ ਕਰਾਂਗੇ। ਮੰਗ ਪੱਤਰ ਕਾਦੇ ਬਾਰੇ ਦੇਣਾ ਤੁਸੀਂ ਜਨਤਾ ਨੂੰ? ਹਾਂ ਮੰਗ ਪੱਤਰ ਬਾਰੇ ਬੋਲਣਗੇ, ਇਹਨਾਂ ਤੋਂ ਪੁੱਛਦੇ ਆਪਾਂ। नमस्कार, मैं हिंदी में बोलूँगा ताकि हमारी हिंदी की ऑडियंस को भी सबको पता लगे। जो नेशनल लेवल किसान पंचायत हमने प्रपोज़ की है अगस्त 22 तारीख की, वो लखीमपुर में जो कांड हुआ था जिसमें 4 किसान और 1 मीडिया कर्मी की मृत्यु हुई थी, शहीद हुए थे, और हमारे 4 साथी इस समय जेलों में बंद हैं। निचली अदालतों में उनकी बेल जो है वो रिजेक्ट कर दी गई है। केस मामला इलाहाबाद हाई कोर्ट में पिछले 6 महीने से लटका हुआ है, उस पर कोई सुनवाई नहीं। आपने देखा कि यूएपीए में और 295 में कितने पत्रकारों को अरेस्ट करके विभिन्न केसों में जेल में डाल दिया गया। अभी हाल ही में आपने मोहम्मद जुबैर का केस देखा जिसमें 7 FIR उत्तर प्रदेश में अलग अलग थानों में अलग अलग कोर्टों में उसके खिलाफ की गई और सुप्रीम कोर्ट ने उसका संज्ञान लेकर सारी FIRों को दिल्ली के स्पेशल सेल को देकर उनको बेल दे दी। हमारा भी यही मांग है कि जो 4 किसान अरेस्टेड हैं या तो उनके खिलाफ कोई प्री समनिंग चार्जशीट हो या कोई एविडेंस हो या उनको बेल पे छोड़ा जाए ताकि उस ट्रायल को कंप्लीट किया जाए। उनको 4 किसानों को जेल में रख के क्या उनको मिल जाएगा? अजय मिश्रा टैनी जो इस सारे फसाद की जड़ हैं और जिनके संरक्षण में ये लखीमपुर का कांड हुआ, वो अभी भी गृह मंत्री बने हुए हैं और उनके बेटे को एक बार बीच में बेल मिली और जब मीडिया ने इस बात को उठाया और कुछ सिविल सोसाइटी ने इस बात को उठाया तो उनको वापस जेल में रख दिया गया। तो ये लीपापोती का काम हो रहा है। तो इसलिए हमारी एक फैक्ट फाइंडिंग टीम यहाँ से लखीमपुर जाएगी। उसमें पंजाब के, हरियाणा के, उत्तर प्रदेश, राजस्थान, उत्तराखंड सभी किसान यूनियनों के लोग होंगे और वहाँ के परिवारों को मिलेंगे, उनकी पैरवी करेंगे। इलाहाबाद हाई कोर्ट में उनके चीफ जस्टिस में एप्लीकेशन डलवाएंगे। अगर मान लीजिए उनकी बेल इलाहाबाद हाई कोर्ट से रिजेक्ट हो जाती है तो SLP डाल के सुप्रीम कोर्ट जाएंगे, क्योंकि उन 4 किसानों को इंसाफ दिलाना बहुत ज़रूरी है जिनका कोई दोष नहीं है, जिनके खिलाफ सबूत है या नहीं है, सरकार को उसको बताना पड़ेगा। यही हमारा 22 तारीख का प्रोग्राम है। और जहाँ तक राज्यपाल जी ने अपना बाकी मांगे जोड़ी, हाँ, जो बाकी मांगों पर MSP पे एक मैं बात और ऐड कर दूं कि जो MSP की गारंटी का कानून है उसका जो मापदंड तय किया गया था, अभी हाल फिलहाल वो स्वामीनाथन कमीशन रिपोर्ट पे C2+50 पे था कि C2+50 तो इमीडिएट तौर पे लागू हो और उसमें भी अमेंडमेंट्स की ज़रूरत है। इलेक्ट्रिसिटी अमेंडमेंट बिल की जो बात की थी सरकार ने कि हम वो नहीं लेके आएंगे, बिजली का कानून, उसकी भी व्यवस्था जो है अभी तक क्लियर कट नहीं बताया है। कई सारी नए कानून जैसे कि बताया कक्का जी ने कि किस तरीके से लैंड एक्विजिशन एक्ट को वापस लेके संसद से लाया जा सकता है, बैकडोर एंट्री की जा सकती है। आपने देखा अभी हरियाणा में, उत्तर प्रदेश में कितनी ज़मीनें हैं जो सरकार द्वारा फिर से वापस ली जा रही, चाहे वो मुस्तकिल की ज़मीनें हैं, चाहे वो नजरूल की ज़मीनें हैं। तो इन कानूनों को अलग अलग तरीके से अलग अलग मोमजामा पहना के उसको लेके आया जा रहा है। उसके खिलाफ हम लोग स्टेट वाइज मुहिम चलाएंगे और 22 तारीख का जो हमारा प्रोग्राम है उसकी हर स्टेट में, पंजाब, हरियाणा, उत्तर प्रदेश, उत्तराखंड, राजस्थान, सब स्टेटों की मीटिंग होगी और बड़ी संख्या में 22 अगस्त को ये लखीमपुर के इंसाफ के लिए हम लोग एक पंचायत करेंगे। 31 जुलाई का प्रोग्राम जो है पंजाब और हरियाणा की जत्थेबंदियों ने लोंगोवाल में रखा है। लोंगोवाल में वहाँ पे प्रत्यात्मक तौर पे जो शहीद ऊधम सिंह हैं उनकी
मेरा ख्याल से डेथ एनिवर्सरी का प्रोग्राम है, उसको मनाने के लिए सारे देश के किसान वहाँ जमा होंगे। और उसके बाद 22 अगस्त को अगर मान लीजिए ये लखीमपुर की बात हमारी नहीं सुनी जाती है तो 23 तारीख को एसकेएम की एक बहुत बड़ी मीटिंग कजारिया टाइल्स में सिंगू बॉर्डर पे रखी जाएगी। सभी देश के किसान वहाँ बुलाए जाएंगे और आगे की रणनीति तय की जाएगी। हो सकता है इससे हम नया एक आंदोलन का प्रारंभ करें, यही मेरा कहना है। सवाल बात ही यार, सवाल बात करियो पहला ਸਾਨੂੰ ਪ੍ਰੋਗਰਾਮ ਦੇਣਾ ਪਲੀਜ਼, ਪ੍ਰੋਗਰਾਮ ਦੇਣਾ। 27 ਦਸੰਬਰ 2021 ਨੂੰ ਦੀਪ ਸਿੱਧੂ ਦੇ ਵੱਲੋਂ ਵੀ ਸੋਸ਼ਲ ਮੀਡੀਆ ਤੇ ਜਿਹੜੀ ਵਾਇਰਲ ਕੀਤੀ ਗਈ ਸੀ, ਉਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਲਗਾਏ ਸੀ ਕਿ ਬਲਬੀਰ ਸਿੰਘ ਰਾਜੇਵਾਲ ਦੇ ਇਸ ਦੇ ਉੱਤੇ ਸਾਈਨ ਨਹੀਂ। ਅਜਿਹੀ ਗੱਲਾਂ ਜੋ ਤੁਸੀਂ ਕਹੀਆਂ ਕਿ ਇੱਕ ਕਾਨੂੰਨ ਵਾਪਸ ਲੈ ਲਓ, ਦੋ ਦੇ ਵਿੱਚ ਸੌਂਪ ਕਰ ਦਿਓ, ਉਹਦੇ ਉੱਤੇ ਕਿਸਾਨ ਆਗੂ ਮੰਨਦੇ ਸੀ, ਪਰ ਉਸ ਦੇ ਉੱਤੇ ਕੋਈ ਚਰਚਾ ਨਹੀਂ ਹੋਈ, ਉਸ ਦੇ ਉੱਤੇ ਕੋਈ ਕਿਸਾਨ ਆਗੂਆਂ ਦੇ ਵੱਲੋਂ ਜਵਾਬ ਨਹੀਂ ਦਿੱਤੇ ਗਏ। ਉਸ ਨੂੰ ਉਸੇ ਤਰ੍ਹਾਂ ਬਸ ਇੱਕ ਮਾਮਲਾ ਉੱਠਿਆ, ਉਸ ਨੂੰ ਠੰਡਾ ਕਰ ਲਿਆ ਗਿਆ। 6-7 ਮਹੀਨੇ ਬਾਅਦ ਤੁਸੀਂ ਉਹੀ ਚਰਚਾ ਫਿਰ ਕਰ ਰਹੇ ਹੋ। ਸਵਾਲ ਤੁਹਾਡਾ ਹੈ ਕਿ ਦੀਪ ਸਿੱਧੂ ਨੇ ਦਸੰਬਰ 'ਚ ਕੀਤੀ ਹੈ, 27 ਦਸੰਬਰ ਨੂੰ। 8 ਨਵੰਬਰ ਇੱਕ ਮਿੰਟ, ਅਸੀਂ ਤਾਂ 8 ਨਵੰਬਰ ਦੇ ਲੜੀ ਜਾਂਦੇ ਹਾਂ, ਉਹਨਾਂ ਨਾਲ ਗਾਹ ਪਾਈ ਬੈਠੇ ਆ ਵੀ ਆਹ ਚਿੱਠੀ ਕਿਉਂ ਚਲੀ ਆ ਗਈ, ਤੁਸੀਂ ਕਿੱਥੋਂ ਕੱਢ ਲਈ। ਸਵਾਲ ਇਹ ਹੈ ਕਿ ਬਾਹਰ ਕਿਉਂ ਨਹੀਂ ਆ ਗੱਲ ਆਈ? ਨਹੀਂ ਮੈਂ ਦੱਸਦਾ। ਨਹੀਂ ਇੱਕ ਮੈਂ ਉਹਦਾ ਸਾਰੇ ਕਿਸਾਨਾਂ ਨੂੰ ਕਹਿ ਦਿੱਤਾ ਗਿਆ ਸੀ ਜਿਹਨੇ ਜਿਵੇਂ ਗੱਲ ਚੱਲਦੀ ਕਰ ਲਵੇ। ਜੇ ਇਹਨਾਂ ਨੇ ਗੱਲ ਕਰ ਲਈ ਫਿਰ ਤੁਹਾਨੂੰ ਇਤਰਾਜ਼ ਕਿਉਂ ਹੈ? ਹਾਂ, ਸਾਰੇ ਦੀ ਗੱਲਬਾਤ ਚੱਲਦੀ ਪਈ ਸੀ ਨਾ। ਦੇਖੋ ਹੁੰਦਾ ਤੇਰੇ ਕੋਲ ਮਦਦ ਕਰਵਾ ਲਵੇ। ਸਵਾਲ ਇੱਕ ਗੱਲ ਤੇ ਪ੍ਰੈਸ ਕਾਨਫਰੰਸਿਸ ਹੁੰਦੀਆਂ ਸੀ ਗੁਜ਼ਾਰਿਆ ਟਾਈਮਸ ਤੇ ਮੀਡੀਆ ਨੂੰ ਇਸ ਗੱਲ ਦੀ ਜਾਣਕਾਰੀ। ਯਾਰ ਮੈਂ ਹੁਣ ਮੈਨੂੰ ਇੱਕ ਦਾ ਸਵਾਲ ਤਾਂ ਦੇ ਦਿੱਤਾ, ਜਵਾਬ ਆਰਾਮ ਨਾਲ ਲੈ ਲਓ। ਜਵਾਬ ਤੁਸੀਂ ਭਾਵੇਂ 2 ਘੰਟੇ 3 ਘੰਟੇ ਲੱਗਣ, ਕੋਈ ਦੋਨੋਂ ਪ੍ਰੋਬਲਮ ਬੈਠੇ ਆ ਅਸੀਂ। ਇੱਕ ਮਿੰਟ ਯਾਰ, ਉਹ ਮੁੰਡੇ ਦਾ ਸਵਾਲ ਸੀ ਕੀ ਸੀ? ਜਦ ਕਿਉਂ ਨਹੀਂ ਬਾਹਰ ਆਇਆ? ਹਾਂ ਦੇਖੋ, ਮੈਂ ਫਿਰ ਇੱਕ ਬੇਨਤੀ ਕਰਾਂ, ਇੱਥੇ ਕਿੱਥੇ ਉਹ ਆਇਆ ਕਿ ਨਹੀਂ ਆਇਆ ਤੁਹਾਡਾ ਪ੍ਰੋ ਪੰਜਾਬ ਵਾਲਾ ਮੁੰਡਾ ਵਿਕਰਮ, ਉਹਨੂੰ ਪੁੱਛੋ ਮੈਂ ਕਿੱਦਾਂ ਬੋਲਿਆ। ਇਹ ਪਤਾ ਨਹੀਂ ਮੇਰੀ ਗੱਲ ਸੁਣੀ ਕਿਉਂ ਨਹੀਂ ਕਿਸੇ ਨੇ। ਮੈਂ ਤੇ ਬਹੁਤ ਚਿਰ ਦਾ ਬੋਲਣਾ ਸ਼ੁਰੂ ਕੀਤਾ ਹੈ। ਤੂੰ ਦੱਸ ਵੀ ਜੇ ਨਹੀਂ ਬੋਲਿਆ ਮੈਂ ਤਾਂ ਦੁਹਾਈ ਪਿੱਟ ਰਿਹਾ। ਸਵਾਲ ਮੇਰਾ ਇਸ ਗੱਲ ਦਾ ਹੈ ਕਿ ਅਸੀਂ ਕਹਿ ਰਹੇ ਹਾਂ, ਇਹ ਨਹੀਂ ਹੈ ਕਿ ਅਸੀਂ ਉਹਨੂੰ ਗੱਲ ਨੂੰ ਮਤਲਬ ਸਭ ਤੋਂ ਵਧੀਆ ਗੱਲ ਆ। ਮੈਂ ਕਹਿੰਦਾ ਜੇ ਦੀਪ ਸਿੱਧੂ ਕੋਲੇ ਵੀ ਕੋਈ ਚਿੱਠੀ ਆਈ ਸੀ ਤਾਂ ਇਹ ਜੀ, ਪਰ ਜਿੱਦਾਂ ਮੇਰੇ ਕੋਲੇ ਆਈ ਮਾੜੀ ਜੀ ਗੱਲ ਆਈ, ਮੈਂ ਉਸੇ ਦਿਨ ਮੀਟਿੰਗ ਬੁਲਵਾਈ। ਮੈਂ ਬਿਮਾਰ ਸੀ, ਤੁਹਾਡੇ ਚੋਂ ਸ਼ਾਇਦ ਸਾਰੇ ਪੱਤਰਕਾਰਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੋਣਾ ਕਿ ਮੈਨੂੰ ਡਾਕਟਰ ਨੇ ਕਹਿਤਾ ਸੀਗਾ ਕਿ ਤੇਰੇ ਪ੍ਰੋਸਟੇਟ ਦੇ ਵਿੱਚ ਕੈਂਸਰ ਹੈ, ਅਗਰ ਟਿਕ ਕੇ ਨਾ ਬੈਠਾ ਤੇ ਤੂੰ ਮਰੇਗਾ। ਮੈਂ ਕਿਹਾ ਯਾਰ ਹੁਣ ਤਾਂ ਜਿਹੜਾ ਕੁਝ ਹੁੰਦਾ ਹੈ ਮਤਲਬ ਮੈਂ ਤਾਂ ਜਾਣਾ ਵਾਪਸ ਉੱਥੇ, ਕਿਉਂਕਿ ਮੈਨੂੰ ਪਤਾ ਲੱਗ ਗਿਆ। ਹੁਣ ਤੁਹਾਡੇ ਵਰਗੇ ਕਿਸੇ ਪੱਤਰਕਾਰ ਨੇ ਕਹਿੰਦਾ ਪ੍ਰਧਾਨ ਜੀ ਆ ਚਿੱਠੀ ਦੱਸੋ ਕੀ ਹੈ, ਤੁਹਾਨੂੰ ਮੈਨੂੰ ਤਾਂ ਪਤਾ ਹੀ ਨਹੀਂ ਉਹ ਚਿੱਠੀ ਦਾ। ਮੈਨੂੰ ਤਾਂ ਮੇਰੇ ਤਾਂ ਪੈਰਾਂ ਥੱਲੋਂ ਮਿੱਟੀ ਨਿਕਲਣੀ ਸੀ। ਮੈਂ ਫੌਰੀ ਵਾਪਸ ਉੱਥੇ ਗਿਆ ਔਰ ਉੱਥੇ ਜਾ ਕੇ ਮੀਟਿੰਗ ਰੱਖੀ। ਮੀਟਿੰਗ ਦੇ ਵਿੱਚ ਮਨਾ ਕੇ ਆਇਆ ਉਹਨਾਂ ਨੂੰ ਵੀ ਦੱਸੋ ਆ ਕੀ ਗੱਲ ਹੈ। ਸੋ ਉਸੇ ਦੇ ਉੱਤੇ 9 ਮੈਂਬਰੀ ਦੇ ਉੱਤੇ ਬਾਰ-ਬਾਰ ਸਾਡੇ ਸਵਾਲ ਉੱਠਦੇ ਰਹੇ ਵੀ ਆਹ ਦੱਸੋ ਕੀ ਚਿੱਠੀ ਹੈ। ਸੋ ਇਹ ਨਹੀਂ ਹੈ ਸਵਾਲ ਬਹੁਤ ਚਿਰ ਦਾ ਮੈਂ ਤਾਂ ਯਾਰ ਪਿੱਟ ਰਿਹਾ ਵੀ ਮਤਲਬ ਚਿੱਠੀ ਲਿਖੀ ਗਈ ਹੈ, ਇਹ ਨਹੀਂ ਹੈ ਗੱਲ। ਕੀ ਰੱਖਿਆ ਸੀ ਤੁਸੀਂ ਬੇਟੇ ਸਵਾਲ? ਗੱਲ ਬਾਹਰ ਕਿਉਂ ਨਹੀਂ ਆਉਣ ਦਿੱਤੀ ਡੱਲੇਵਾਲ ਸਾਹਿਬ? ਅੰਦਰ ਹੀ ਹਾਏ ਰੱਬਾ, ਬਾਹਰ ਖਬਰਾਂ ਤੁਸੀਂ ਕਿਉਂ ਨਹੀਂ ਲਈ? ਹੁਣ ਮੈਂ ਕੀ ਕਰਾਂ? ਮੈਂ ਤਾਂ ਇੱਕ ਮਿੰਟ, ਹੁਣ ਮੈਨੂੰ ਐਂ ਦੱਸਿਓ, ਇੱਕ ਗੱਲ ਹੋਰ ਸੁਣਿਓ, ਤੁਸੀਂ ਇਮਾਨਦਾਰੀ ਨਾਲ ਦੱਸਿਓ। ਉਹ ਬੈਠੇ ਨੇ ਪੀਟੀਸੀ ਵਾਲੇ, ਇਹਨਾਂ ਦੇ ਚੈਨਲ ਦੇ ਉੱਤੇ ਚਿੱਠੀ ਅਸੀਂ ਤਾਂ ਭੇਜਤੀ ਯਾਰ। ਇਹਨਾਂ ਦੇ ਚੈਨਲ ਤੇ ਚੱਲੀ, ਤੁਹਾਡੇ ਤੇ ਚਿੱਠੀ ਉਦੋਂ ਗੱਲ ਸਾਰਿਆਂ ਦੀ ਚੱਲਦੀ ਪਈ ਸੀ, ਮੈਂ ਚਾਰਾਂ ਦੀ ਨਹੀਂ ਚੱਲਦੀ ਪਈ ਸੀ। ਤੁਸੀਂ ਚਾਰਾਂ ਨੂੰ ਕਿਉਂ ਕਹਿ ਰਹੇ ਹੋ? ਕਈਆਂ ਹਾਂ ਸਵਾਲ ਇੱਕ ਹੈ, ਆ ਵਧੀਆ ਸਵਾਲ ਸੀ ਸਾਡਾ। ਕੀ ਸੀ ਕਿ ਜਿਹਦੇ ਨਾਲ ਵੀ ਸਰਕਾਰ ਗੱਲ ਕਰਦੀ ਹੈ ਕੋਈ ਦਿੱਕਤ ਨਹੀਂ ਕਰੇ। ਤੇਰਾ ਸਵਾਲ ਇੱਥੋਂ ਤੱਕ ਬਿਲਕੁਲ ਵਾਜਬ ਹੈ, ਪਰ ਨਾਲ ਇਹ ਵੀ ਸ਼ਰਤ ਸੀ ਕਿ ਜਿਹੜੀ ਵੀ ਗੱਲ ਹੁੰਦੀ ਹੈ ਉਹਨੂੰ ਇਸ ਹਾਊਸ ਦੇ ਵਿੱਚ ਲਿਆ ਕੇ ਲੋਕਾਂ ਦੇ ਸਾਹਮਣੇ ਰੱਖੋ, ਲੋਕ ਜਿਵੇਂ ਕਹਿਣ ਉਹਨੂੰ ਅੱਗੇ ਉਵੇਂ ਤੋਰੋ। ਸਵਾਲ ਆ ਸੀ। ਹੁਣ ਇੱਥੇ ਕੀ ਹੈ? 3000 ਕਰੋੜ ਰੁਪਏ ਦਾ ਜ਼ਿਕਰ ਕੀਤਾ ਤੁਸੀਂ ਇਸ ਤੋਂ ਪਹਿਲਾਂ। 3000 ਕਰੋੜ ਰੁਪਏ ਦਾ ਜ਼ਿਕਰ। ਮੇਰੇ 2 ਸਵਾਲ ਆ ਜੀ, ਮੇਰੇ ਸਾਥੀ ਨੇ ਸ਼ਾਇਦ ਉਹੀ ਪੁੱਛਣਾ ਹੋਣਾ। ਸ਼ਿਵ ਕੁਮਾਰ ਕੱਕਾ ਤੇ ਤੁਹਾਡੀ ਜਿਹੜੀ 7 ਮੈਂਬਰ ਹਾਈ ਪਾਵਰ ਕਮੇਟੀ ਸੀਗੀ, ਉਹ 5 ਹੀ ਰਹਿ ਗਏ। ਤੁਹਾਨੂੰ ਦੋਵਾਂ ਨੂੰ ਕੁਝ ਪ੍ਰੈਸ ਨੋਟ ਆਉਂਦੇ ਅੱਜ ਕੱਲ੍ਹ ਐਸਕੇਐਮ ਤੋਂ, ਕੁਝ ਤੁਸੀਂ ਦੋਵੇਂ ਬਾਹਰ ਹੋ ਜੀ। ਤੇ 3000 ਕਰੋੜ ਰੁਪਏ ਜਿਹੜੀ AIKCC ਦੀ ਉਹਦੇ ਮੈਂਬਰ ਵੀ ਦੱਸ ਦਿਓ ਕੌਣ ਆ। ਹੁਣ ਜੇ ਅਸੀਂ AIKCC ਦੀ ਗੱਲ ਕਰਾਂਗੇ ਤਾਂ ਫਿਰ ਅਸੀਂ ਬਾਹਰ ਹੀ ਨਿਕਲਾਂਗੇ, ਅਸੀਂ ਉਹਦੇ ਵਿੱਚ ਰਹਾਂਗੇ ਕਿਵੇਂ? ਮੈਂ ਦਊਂਗਾ ਇੱਕ ਮਿੰਟ ਸੁਣਿਓ, ਅਸੀਂ ਦੇਖੋ ਗੱਲ ਕੀ ਹੈ। 3000 ਕਰੋੜ ਦੀ ਜਿਹੜੀ ਗੱਲ ਆ, ਮੇਰੇ ਕੋਲ ਦੋਨੇ 3 ਚਿੱਠੀਆਂ ਪਈਆਂ ਨੇ, ਸਾਰੀ ਪ੍ਰੈਸ ਨੂੰ ਅਸੀਂ ਦੇਵਾਂਗੇ। ਉਹ
ਸਾਨੂੰ 7 ਮੈਂਬਰੀ ਕਮੇਟੀ ਨੂੰ ਇੱਕ ਚਿੱਠੀ ਆਉਂਦੀ ਆ ਜੀ ਕਰਨਾਟਕਾ ਤੋਂ, ਔਰ ਉੱਥੋਂ ਦੇ ਸੰਗਠਨਾਂ ਨੇ ਚਿੱਠੀ ਲਿਖੀ ਆ। ਉਹ ਕੀ ਕਹਿੰਦੇ ਆ ਵੀ ਇੱਕ ਚੈਨਲ ਦੇ ਉੱਤੇ ਖਬਰ ਚੱਲੀ ਆ, ਕਲਿੱਪਿੰਗ ਚੱਲੀ ਹੈ, ਜਿਹਦੇ 'ਚ ਕਿਹਾ ਜਾ ਰਿਹਾ ਹੈ, ਦੱਸਿਆ ਜਾ ਰਿਹਾ ਹੈ ਕਿ ਚੰਦਰ ਸ਼ੇਖਰ ਕੋਡੀਹਲੀ ਨੇ ਇੱਕ ਟਰਾਂਸਪੋਰਟਰਾਂ ਦੇ ਅੰਦੋਲਨ ਨੂੰ ਤੇ ਇੱਕ ਕਿਸਾਨ ਅੰਦੋਲਨ ਨੂੰ, ਦੋਵਾਂ ਨੂੰ ਚੁਕਵਾਉਣ ਵਾਸਤੇ, ਖਤਮ ਕਰਾਉਣ ਵਾਸਤੇ, ਇੱਕ ਦੇ ਲਈ 35 ਕਰੋੜ ਰੁਪਈਆ ਤੇ ਦੂਜੇ ਦੇ ਲਈ, ਸਾਡੇ ਵਾਲੇ ਕਿਸਾਨ ਅੰਦੋਲਨ ਦੇ ਲਈ 3000 ਕਰੋੜ ਦੀ ਗੱਲਬਾਤ ਕੀਤੀ ਹੈ। ਇਹਨੂੰ ਤੁਰੰਤ ਐਸਕੇਐਮ ਦੇ ਵਿੱਚੋਂ ਬਾਹਰ ਕੱਢਿਆ ਜਾਏ, ਇਹ ਸਾਨੂੰ ਚਿੱਠੀ ਆਉਂਦੀ ਹੈ। ਅਸੀਂ ਉਹਦੇ 'ਤੇ ਥੋੜ੍ਹਾ ਜਿਹਾ ਨੋਟਿਸ ਲਿਆ ਵੀ ਇਹ ਕੀ ਹੈ, ਤਾਂ ਫਿਰ ਉਹਨਾਂ ਨੇ ਇੱਕ ਕਮੇਟੀ ਬਣਾਈ ਸੀ। ਥੋੜ੍ਹੇ ਦਿਨਾਂ ਬਾਅਦ ਉਹਦੀ ਕਮੇਟੀ ਦੀ ਰਿਪੋਰਟ ਆ ਜਾਂਦੀ ਹੈ, ਉਹ ਵੀ ਚਿੱਠੀ ਸਾਡੇ ਕੋਲੇ ਹੈ। ਉਹ ਕਹਿੰਦੇ ਆ ਵੀ ਚੰਦਰ ਸ਼ੇਖਰ ਕੋਡੀਹਲੀ ਨੂੰ ਅਸੀਂ ਪੁੱਛਿਆ ਵੀ ਬਾਰ-ਬਾਰ ਸਾਨੂੰ ਦੱਸ, ਉਹਦੇ 'ਤੇ ਉਹ ਨੇ ਆ ਕੇ ਆਪਦਾ ਮਤਲਬ ਸਾਡੇ ਸਾਹਮਣੇ ਨਹੀਂ ਆ ਕੇ ਕੋਈ ਗੱਲ ਰੱਖੀ, ਇਸ ਕਰਕੇ ਉਹ ਬੰਦਾ ਦੋਸ਼ੀ ਹੈ, ਉਹਨੂੰ ਐਸਕੇਐਮ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਹੁਣ ਸਾਡਾ ਸਵਾਲ ਕੀ ਹੈ? ਸਾਡਾ ਸਵਾਲ ਇਹ ਹੈ ਕਿ ਚੰਦਰ ਸ਼ੇਖਰ ਕੋਡੀਹਲੀ ਨੂੰ ਇਸ ਕਰਕੇ ਕਰਨਾਟਕਾ ਦੀਆਂ ਜਥੇਬੰਦੀਆਂ ਕੱਢਦੀਆਂ ਹੈ ਕਿ ਉਸ ਬੰਦੇ ਨੇ 3000 ਕਰੋੜ ਦੀ ਗੱਲਬਾਤ ਕੀਤੀ ਆ ਮੋਰਚਾ ਚੁਕਾਉਣ ਲਈ। ਹੁਣ ਸਾਡਾ ਸਵਾਲ ਇੱਥੇ ਇਹ ਹੈ ਕਿ ਜਿਹੜੀਆਂ ਪੰਜਾਬ, ਹਰਿਆਣਾ ਜਾਂ ਅਦਰ ਸਟੇਟਾਂ ਦੀਆਂ ਜਥੇਬੰਦੀਆਂ ਮੋਰਚਾ ਚੱਕ ਕੇ ਕਿਹੜੇ ਢੰਗ ਨਾਲ ਭੱਜੀਆਂ ਨੇ ਉੱਥੋਂ, ਉਹਨਾਂ ਦੀ ਘੱਟੋ ਘੱਟ ਜਾਂਚ ਤਾਂ ਕਰ ਲਓ ਵੀ ਉਹਦੇ ਨਾਲ ਕਿਸੇ ਦੀਆਂ ਤਾਰਾਂ ਤਾਂ ਨਹੀਂ ਜੁੜਦੀਆਂ। ਅਸੀਂ ਇਹ ਨਹੀਂ ਕਹਿ ਰਹੇ ਕਿ ਸਾਰੇ ਦੋਸ਼ੀ ਨੇ, ਪਰ ਹੋ ਸਕਦਾ ਕਿਸੇ ਦੀਆਂ ਤਾਰਾਂ ਜੁੜਦੀਆਂ ਹੋਣ। ਕਿਉਂ? ਉਹ ਦੇਖੋ, ਮੈਂ ਕਹਿ ਕੀ ਰਿਹਾ, ਮੇਰੀ ਗੱਲ ਨੂੰ ਮੈਨੂੰ ਥੋੜਾ ਜਿਹਾ ਹੋਰ ਅੱਗੇ ਚੱਲ ਲੈਣ ਦਿਓ, ਫਿਰ ਤੁਹਾਨੂੰ ਆਪਣੇ ਆਪ। ਚੰਦਰ ਸ਼ੇਖਰ ਕੋਡੀਹਲੀ ਸਾਡੇ ਨਾਲ ਇੱਕ ਧਿਰ ਕੰਮ ਕਰਦੀ ਹੈ, AIKSCC, ਠੀਕ ਹੈ ਜੀ। ਚੰਦਰ ਸ਼ੇਖਰ ਕੋਡੀਹਲੀ AIKSCC ਦਾ ਜਿਹੜੀ 20 ਮੈਂਬਰੀ ਉਹਨਾਂ ਦੀ ਵਰਕਿੰਗ ਕਮੇਟੀ ਹੈ, ਉਹਦਾ ਉਹ ਹਿੱਸਾ ਹੈ। ਆ ਪਿਆ ਉਹਦਾ ਹਿੱਸਾ 9 ਨੰਬਰ ਤੇ ਪੜ੍ਹ ਲਿਓ। 9 ਨੰਬਰ ਤੇ ਚੰਦਰ ਸ਼ੇਖਰ ਕੋਡੀਹਲੀ ਹੈ। ਤੇ ਇਹਦਾ ਮਤਲਬ ਇਹਨੂੰ ਕੀ ਕਵਾਂਗੇ ਅਸੀਂ? ਅਗਲੀ ਗੱਲ ਨਹੀਂ, ਦੇਖੋ ਇਹ ਮੈਂ ਮੇਰੇ ਸਾਹਮਣੇ ਨਹੀਂ ਫੜਾਏ ਕਿਸੇ ਨੂੰ, ਮੈਂ ਝੂਠ ਬੋਲਾਂ ਇਹ ਗੱਲ ਕਹਿਣੀ ਦਾ। ਪਰ ਮੈਂ ਕਹਿੰਦਾ ਵੀ ਜੇ ਕਰਨਾਟਕਾ ਵਾਲਿਆਂ ਨੇ ਕਾਰਵਾਈ ਕੀਤੀ ਹੈ ਤੇ ਕਰਨਾਟਕਾ ਵਾਲੇ ਸਿੱਧ ਕਰ ਸਕਦੇ ਆ ਨਾ ਵੀ ਕੀ ਹੈ। ਇਹ ਸਾਰੀਆਂ ਪੁਰਾਣੀ ਗੱਲਾਂ ਹੁੰਦੀਆਂ ਨੇ। ਬੋਲੀਏ ਕਿ ਇੱਕ ਮਿੰਟ ਇਹ ਜਿਹੜੇ ਸਾਰੇ ਦੋ ਚਿੱਠੀਆਂ, ਇੱਕ 30 ਮਈ 2022 ਨੂੰ ਲਿਖੀ ਗਈ ਆ, ਇੱਕ 28/6/2022 ਨੂੰ ਲਿਖੀ ਗਈ ਆ। ਦੋ ਚਿੱਠੀਆਂ ਲਿਖੀਆਂ ਗਈਆਂ ਨੇ ਇਹਦੇ ਵਿੱਚ ਜੀ। ਇਹਦੇ ਵਿੱਚ ਦੋ ਚਿੱਠੀਆਂ ਲਿਖੀਆਂ ਗਈਆਂ ਨਾ। ਇੱਕ 28 ਵਾਲੀ ਕੰਪਲੇਂਟ ਹੈ, 28 ਵਾਲੀ ਤਾਂ ਕੰਪਲੇਂਟ ਹੈ ਉਹਦੇ ਖਿਲਾਫ। ਇੱਕ ਮਿੰਟ ਰੁਕੋ, ਇੱਕ ਮਿੰਟ ਮੈਂ ਦੱਸਦਾ, ਮੈਂ ਕਲੀਅਰ ਕਰਦਾ। ਆ ਲਿਓ ਦੋਨੋਂ ਚਿੱਠੀਆਂ ਜੀ। ਆ ਚਿੱਠੀ ਦੇ ਵਿੱਚ ਹਜੇ ਇਨਕੁਆਰੀ ਹੋਣੀ ਬਾਕੀ ਸੀ। ਇਹ ਆ ਚਿੱਠੀ ਸਾਡੇ ਕੋਲੇ ਉਹਨਾਂ ਨੇ ਲਿਖੀ ਹੈ 30 ਮਈ ਨੂੰ, 30 ਮਈ 2022 ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਦੇ ਵਿੱਚ ਉਹਨਾਂ ਨੇ ਇਹ ਕਹਿਤਾ ਵੀ ਇਸ ਬੰਦੇ ਨੂੰ ਦੀ ਖਬਰ ਆ ਜਿਹੜੀ, ਇਹਨੂੰ ਜਨਤਕ ਕੀਤਾ ਜਾਏ। ਅਸੀਂ ਇਹਨੂੰ ਕੱਢ ਚੁੱਕੇ ਹਾਂ ਤੇ ਐਸਕੇਐਮ ਦੇ ਵਿੱਚੋਂ ਇਹਨੂੰ ਸੱਦਾ ਪੱਤਰ ਨਾ ਦਿੱਤਾ ਜਾਏ। ਇਹਦੇ 'ਚ ਉਹ ਹੈ। ਇਹਦੇ ਵਿੱਚ ਨਾਲ ਹੀ ਇਹਨਾਂ ਨੇ ਕਿਹਾ ਵੀ ਅਸੀਂ ਇਹਨੂੰ ਇਹਦੇ 'ਤੇ ਕਮੇਟੀ ਬਣਾਤੀ ਹੈ। ਹੁਣ ਆਹ ਕਮੇਟੀ ਨੇ ਆਪਦੀ ਰਿਪੋਰਟ ਦੇਤੀ ਤੇ ਉਸ ਰਿਪੋਰਟ 'ਚ ਕਹਿਤਾ ਵੀ ਇਹ ਬੰਦਾ ਸਾਡੇ ਕੋਲੇ ਪੇਸ਼ ਨਹੀਂ ਹੋਇਆ, ਇਹਨੇ ਆਪਦਾ ਪੱਖ ਨਹੀਂ ਰੱਖਿਆ। ਇਟ ਮੀਨਸ ਕਿ ਇਹ ਬੰਦਾ ਦੋਸ਼ੀ ਹੈ, ਇਹਨੂੰ ਕਿਸੇ ਕਿਸਮ ਦਾ ਮਤਲਬ ਸਾਡੇ ਐਸਕੇਐਮ ਦੇ ਵਿੱਚ ਕੋਈ ਜਗ੍ਹਾ ਨਾ ਦਿੱਤੀ, ਇਹਨੂੰ ਬਾਹਰ ਕੱਢਿਆ ਜਾਏ। ਇਹ ਹੈ, ਠੀਕ ਹੈ ਜੀ। ਤੁਸੀਂ ਕਹਿ ਲਓ ਕਿ ਵਾਪਸ ਆ ਗਏ ਜਥੇਬੰਦੀਆਂ, ਪਰ ਤੁਸੀਂ ਵੀ ਤਾਂ ਨਾਲ ਹੀ ਆਏ ਹੋ ਉਹਨਾਂ ਦੇ। ਦਰਬਾਰ ਸਾਹਿਬ ਤੁਸੀਂ ਹਾਂ, ਦਰਬਾਰ ਸਾਹਿਬ ਨਾਲ ਇੱਕ ਮਿੰਟ ਸਵਾਲ, ਇੱਕ ਮਿੰਟ ਆਰਾਮ ਨਾਲ ਸਾਰੇ ਸਵਾਲਾਂ ਦੇ। ਹਾਂ, ਤੁਸੀਂ ਦਰਬਾਰ ਸਾਹਿਬ ਮੱਥਾ ਵੀ ਟੇਕ ਕੇ ਸ਼ੁਕਰਾਨਾ ਕਰਨ ਵਾਸਤੇ ਤੁਸੀਂ ਵੀ ਤਾਂ ਨਾਲ ਹੀ ਆਏ। ਦੇਖੋ, ਮੈਂ ਇੱਕ ਬੇਨਤੀ ਕਰਾਂ, ਅਸੀਂ ਤੁਹਾਡੇ ਕੋਲੇ ਇੱਕ ਕਲਿੱਪ ਸੁਣਾਵਾਂ ਮੈਂ ਰਾਜੇਵਾਲ ਸਾਹਿਬ ਕੀ ਕਹਿ ਰਿਹਾ। ਉਹ ਇਹ ਕਹਿ ਰਿਹਾ ਹੈ, ਮੇਰੀ ਇਸ ਗੱਲ ਨੂੰ ਮੈਨੂੰ ਕਹਿਣ ਦੀ ਲੋੜ ਨਹੀਂ ਹੈ ਤੁਹਾਡੇ ਸਾਹਮਣੇ, ਉਹ ਮੇਰੀ ਗੱਲ ਨੂੰ ਰਾਜੇਵਾਲ ਸਾਹਿਬ ਤਾਇਦ ਕਰ ਰਹੇ ਨੇ। ਇੱਕ ਕਿਸੇ ਵਿਦੇਸ਼ੀ ਚੈਨਲ ਦੇ ਉੱਤੇ ਇੰਟਰਵਿਊ ਇਹਨਾਂ ਦੀ, ਉਹਦੇ ਤੋਂ ਕਹਿ ਰਹੇ ਆ ਬਈ ਅਸੀਂ ਤਾਂ ਸਾਰੇ ਆਉਣਾ ਚਾਹੁੰਦੇ ਸੀ, ਲੇਕਿਨ ਸਾਡਾ ਡੱਲੇਵਾਲ ਸਾਹਿਬ ਹੀ ਨਹੀਂ ਸੀ ਇਕੱਲਾ ਉੱਠ ਕੇ ਆਉਣਾ ਚਾਹੁੰਦਾ। ਇਹ ਤੁਹਾਨੂੰ ਮੈਂ ਉਹਦੀ ਇਹ ਵੀਡੀਓ ਦੇ ਦੂੰਗਾ, ਠੀਕ ਹੈ। ਅਗਲੀ ਗੱਲ ਇਹ ਤਾਂ ਕਲੀਅਰ ਹੋ ਗਈ ਵੀ ਅਸੀਂ ਉੱਠ ਕੇ ਨਹੀਂ ਸੀ ਆਉਣਾ ਚਾਹੁੰਦੇ। ਮੇਰੇ ਖਿਲਾਫ ਤਾਂ ਅਗਲਿਆਂ ਨੇ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਸੀ ਵੀ ਇਹ ਸਟੇਜ ਤੋਂ ਕਿਉਂ ਬੋਲਦਾ ਵੀ ਨਹੀਂ ਜਾਣਾ, ਲੋਕਾਂ ਨੂੰ ਕਰੜੇ ਕਿਉਂ ਕਰ ਰਿਹਾ ਹੈ। 32 ਮੈਂਬਰੀ 'ਚ ਮੇਰੇ ਤੇ ਤਾਂ ਕਾਰਵਾਈ ਹੋਣ ਦੀ ਤਿਆਰੀ ਸੀ। ਸਵਾਲ ਹੈ ਤੁਹਾਡਾ, ਅਸੀਂ ਗੁਰਦੁਆਰੇ ਕਿਉਂ ਗਏ, ਹੈ ਨਾ। ਤੁਹਾਨੂੰ ਸਾਰੇ ਦੇਖੋ, ਪੱਤਰਕਾਰ ਹੋ ਤੁਸੀਂ, ਮੇਰਾ ਖਿਆਲ ਆ ਹੋਰ ਕੋਈ ਮੇਰੀ ਥਾਂ ਤੇ ਬੰਦਾ ਗੁਰਦੁਆਰੇ ਗਿਆ ਹੁੰਦਾ ਨਾ
ਤੇ 18 ਵਾਰੀ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਸੀ ਵੀ ਆਓ ਮੈਂ ਗੁਰਦੁਆਰੇ ਚੱਲਿਆ ਮੱਥਾ ਟੇਕਣ। ਮੈਂ ਇਮਾਨਦਾਰੀ ਨਾਲ ਗੱਲ ਹੈ ਕਿ ਮੈਂ 4 ਵਾਰੀ ਉਦੋਂ ਪਹਿਲਾਂ ਮੋਰਚੇ ਚੱਲਦੇ ਦੇ ਦੌਰਾਨ 4 ਵਾਰੀ ਮੈਂ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਆਇਆ ਔਰ 4 ਵਾਰੀ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਆਏ ਕਿ ਸੱਚਾ ਪਾਤਸ਼ਾਹ ਲੋਕ ਬੜੀ ਵੱਡੀ ਭਾਵਨਾ ਲੈ ਕੇ ਬੈਠੇ ਆ, ਸਰਕਾਰ ਬੜੀ ਕਰੂਰ ਹੈ, ਇਹ ਲੋਕ ਜ਼ਾਲਮ ਨੇ, ਕਿਤੇ ਮਿਹਰ ਕਰਿਓ ਸਾਡਾ ਮੋਰਚਾ ਫਤਿਹ ਹੋਵੇ। ਤੇ ਦਾਤੇ ਨੇ ਤਿੰਨੇ ਰੱਦ ਕੀਤੇ, ਇੱਕ ਚਿੱਠੀ ਲਿਖਣ ਦੇ ਬਾਵਜੂਦ ਵੀ ਰੱਦ ਕਰਵਾਏ ਉਹ ਮੇਰੇ ਸਾਈਂ ਨੇ। ਅਸੀਂ ਉਹਦਾ ਸ਼ੁਕਰਾਨਾ ਕਰਨ ਗਏ ਤੇ ਉਹਨਾਂ ਦੇ ਨਾਲ ਨਹੀਂ ਗਿਆ, ਮੈਂ ਵੀ ਤਾਂ ਭੁਲੇਖਾ ਹੋਊਗਾ ਤੁਹਾਨੂੰ, 13 ਮੈਂ ਅਲੱਗ ਗਿਆ। ਹੁਣ ਉਹਦਾ ਜਵਾਬ ਇਹ ਹੈ ਜੀ, ਸੁਣਿਓ, ਉਹਦਾ ਜਵਾਬ ਇਹ ਹੈ ਕਿ ਦੇਖੋ ਸਾਰੇ ਗੱਲ ਉਹ ਮੁੰਡਿਆਂ ਦਾ ਸਵਾਲ ਹੈ, ਮੈਂ ਤਾਂ ਜਵਾਬ ਦੇ ਦਿਆਂ। ਸਾਨੂੰ 7 ਮੈਂਬਰੀ ਚੋਂ ਬਾਹਰ ਕੱਢਣ ਦੀ ਗੱਲ ਜਿਹੜੀ ਆ ਰਹੀ ਹੈ, ਜੇ ਉਹ ਸਾਨੂੰ ਬਾਹਰ ਕੱਢਦੇ ਨੇ, ਪਹਿਲਾਂ ਤਾਂ ਗੱਲ ਮੇਰਾ ਇਹ ਹੈ ਕਿ SKM ਕਿਸੇ ਇੱਕ ਵਿਅਕਤੀ ਦਾ ਹੈ ਹੀ ਨਹੀਂ। SKM ਇੱਕ ਸੋਚ ਹੈ, ਇੱਕ ਵਿਚਾਰਧਾਰਾ ਹੈ। ਉਹ ਵਿਚਾਰਧਾਰਾ ਸੀ ਨੌਨ ਪੋਲੀਟੀਕਲ ਵਿਚਾਰਧਾਰਾ ਔਰ ਕਿਸਾਨਾਂ ਦੇ ਮੁੱਦਿਆਂ ਦੀ ਲੜਾਈ ਲੜਨ ਵਾਲਾ ਇੱਕ ਸੰਗਠਨ ਇਕੱਠਾ ਹੋਇਆ। ਬਿਲਕੁਲ ਸਹੀ। ਔਰ ਉਹ ਸੰਗਠਨ ਦੇ ਉੱਤੇ ਅਸੀਂ ਅੱਜ ਵੀ ਉਹਦੇ ਤੇ ਚੱਲ ਰਹੇ ਹਾਂ। ਜੇ ਤਾਂ ਮੈਂ ਇਕੱਲਾ ਹੋਵਾਂ ਤਾਂ ਮੈਨੂੰ ਕੱਢ ਕੇ ਬਾਹਰ ਮਾਰਿਆ ਹੋਵੇ, ਮੇਰੇ ਨਾਲ ਤਾਂ ਅੱਜ 70 ਜਥੇਬੰਦੀਆਂ ਖੜੀਆਂ, ਉਹ ਮੈਨੂੰ ਕੱਢਣ ਵਾਲੀ ਗੱਲ ਕੀ ਕਰਨਗੇ। ਪਰ ਚਲੋ ਸ਼ਾਬਾਸ਼ ਉਹਨਾਂ ਦੀ, ਜੇ ਉਹਨਾਂ ਨੇ ਕੱਢਤਾ। ਇੱਕ ਮਿੰਟ, ਮੈਨੂੰ ਹਜੇ ਉਹਨਾਂ ਦਾ ਸਵਾਲ ਪੂਰਾ ਨਹੀਂ ਹੋਇਆ, ਮੈਨੂੰ ਜਵਾਬ ਦੇ ਲੈਣ ਦਿਓ। ਜੇ ਉਹਨਾਂ ਨੇ ਮੈਨੂੰ ਕੱਢਿਆ ਤਾਂ ਹੁਣ ਫਰਕ ਕੀ ਨੇ ਸਾਡੇ, ਕਿਉਂ ਕੱਢਿਆ? ਦੇਖੋ ਅਸੀਂ ਕਹਿੰਦੇ ਸੀਗੇ ਕਿ ਜਿਹੜੇ ਸਾਡੇ ਨਾਰਮਲਸ ਪਹਿਲਾਂ ਦੇ ਤੈਅ ਨੇ ਉਹਨਾਂ ਨੂੰ ਫੋਲੋ ਕਰੋ। ਅਗਰ ਮੀਟਿੰਗ ਸੱਦੀ ਜਾ ਰਹੀ ਹੈ, ਇਨਵੀਟੇਸ਼ਨ ਕਾਰਡ ਦਿੱਤਾ ਜਾ ਰਿਹਾ, ਸਾਰਿਆਂ ਨੂੰ ਇਨਵੀਟੇਸ਼ਨ ਦਿੱਤੀ ਜਾ ਰਹੀ ਹੈ, ਤਾਂ ਅਸੀਂ 2 ਸਦੱਸਿਆ ਹਰ ਜਥੇਬੰਦੀ ਦੇ ਬਿਠਾਉਣੇ ਆ, ਉਹ 2 ਹੀ ਬਿਠਾਓ। ਐਤਕੀ ਨਵਾਂ ਫਾਰਮੂਲਾ ਕਿਤੋਂ ਕੱਢ ਲਿਆ ਵੀ ਜਿਹਦੇ ਅਦਰ ਸਟੇਟਾਂ ਦੇ ਵਿੱਚ ਅਭੀ ਜਥੇਬੰਦੀ ਹੈਗੀ ਹੈ, ਉਹ ਹਰੇਕ ਸਟੇਟ 'ਚੋਂ ਇੱਕ ਬੰਦਾ ਬਿਠਾਊਗੀ। ਉਹਦਾ ਇੱਕੋ ਹੀ ਮਤਲਬ ਸੀ ਕਿ ਇਹਨਾਂ ਨੂੰ ਚਿੱਠੀ ਲਿਖਣ ਵਾਲਿਆਂ ਨੂੰ ਔਰ ਰਾਜਨੀਤਿਕ ਲੋਕਾਂ ਨੂੰ ਇਸ ਮੋਰਚੇ ਦੇ ਵਿੱਚ ਦੁਬਾਰਾ ਐਂਟਰੀ ਕਰਵਾਉਣੀ, ਔਰ ਐਂਟਰੀ ਕਰਵਾਉਣ ਦੇ ਲਈ ਉਹਦੇ 'ਚ ਬਹੁ ਗਿਣਤੀ ਸਾਬਤ ਕਰਨ ਦਾ ਇੱਕ ਛੜਯੰਤਰ ਸੀ ਜਿਹਦਾ ਅਸੀਂ ਵਿਰੋਧ ਕਰਦੇ ਸੀ। ਔਰ ਅਸੀਂ ਬਾਰ-ਬਾਰ ਚਿੱਠੀਆਂ ਲਿਖੀਆਂ। ਅਸੀਂ ਤਾਂ ਯਾਰ ਇੱਥੋਂ ਤੱਕ ਮੋਰਚੇ ਦੀ ਏਕਤਾ ਲਈ ਇਹ ਵੀ ਕੀਤਾ ਕਿ ਯਾਰ ਆਪਾਂ ਕੁਛ ਨਾ ਕਰੋ। ਹੁਣ ਇਹਨਾਂ ਨੇ 3 ਤਰੀਕ ਨੂੰ ਇਹਨਾਂ ਨੇ ਕਹਿਤਾ ਵੀ ਅਸੀਂ ਲੈ ਲਏ ਵਾਪਸ। ਉਹ ਅਸੀਂ 3 ਨੂੰ ਕੋਈ PC ਨਹੀਂ ਕੀਤੀ, ਕਿਸੇ ਨੂੰ ਕੁਛ ਨਹੀਂ ਕਿਹਾ। ਅਸੀਂ ਕਿਹਾ ਵੀ 12 ਨੂੰ ਮੀਟਿੰਗ ਫੇਰ ਕਰਾਂਗੇ। ਅਸੀਂ 12 ਨੂੰ ਮੀਟਿੰਗ ਫੇਰ ਰੱਖੀ ਤਾਂ ਕਿ ਹੋ ਸਕਦਾ ਹੈ ਇਹਨਾਂ ਨੂੰ ਸਮਝ ਆ ਜੇ। ਅਸੀਂ ਮੀਟਿੰਗ ਦਾ ਬਾਈਕਾਟ ਕਰਕੇ ਵੀ ਵੇਖ ਲਿਆ, ਉਹਨਾਂ ਦੇ ਉੱਤੇ ਬਾਈਕਾਟ ਦਾ ਵੀ ਕੋਈ ਅਸਰ ਨਹੀਂ। ਅਸੀਂ ਉਹਨਾਂ ਨੂੰ ਟਾਈਮ ਦੇ ਕੇ ਵੀ ਵੇਖ ਲਿਆ, ਉਹਨਾਂ ਦੇ ਟਾਈਮ ਦਾ ਵੀ। ਹੁਣ ਤੁਹਾਡੇ ਗੱਲ ਸਵਾਲ ਸੀਗਾ ਵੀ ਏਕਤਾ ਹੋ ਸਕਦੀ ਹੈ, ਉਹ ਮੁੰਡੇ ਦਾ ਸਵਾਲ ਸੀਗਾ ਵੀ ਹੋ ਗਈ ਤਸੱਲੀ ਸਾਰਿਆਂ ਦੀ। ਮੇਰੀ ਬੇਨਤੀ ਇਹ ਸੀ, ਉਹ ਮੁੰਡੇ ਦਾ ਸਵਾਲ ਸੀਗਾ, ਮੈਂ ਉਹਦਾ ਜਵਾਬ ਦੇ ਦਿਆਂ ਵੀ ਏਕਤਾ ਹੋ ਸਕਦੀ ਹੈ। ਸੁਣੋ ਧਿਆਨ ਨਾਲ, ਮੇਰੇ ਕੋਲੇ ਇਸ ਹਿੱਸੇ ਨੂੰ ਤੇ ਉਸ ਹਿੱਸੇ ਨੂੰ ਇਕੱਠਾ ਕਰਨ ਦਾ ਇੱਕ ਜਾਲੀ, ਮੈਂ ਜਾਲੀ ਤਾਂ ਸ਼ਬਦ ਵਰਤਦਾ, ਇੱਕ ਪ੍ਰਯਾਸ ਕੀਤਾ ਗਿਆ ਜਿਹਦੇ ਵਿੱਚ 3 ਆਗੂ ਗਏ। ਮੈਂ ਉਹਨਾਂ ਨੂੰ ਕਿਹਾ ਵੀ ਦੇਖੋ ਹੁਣ ਮੇਰੇ ਡੱਲੇਵਾਲ ਦੇ ਇਕੱਲੇ ਦੇ ਹੱਥ 'ਚ ਗੱਲ ਨਹੀਂ ਹੈ, ਹੁਣ ਤਾਂ ਸਾਰੇ ਸਾਥੀਆਂ ਦੇ ਨਾਲ ਵਿਚਾਰ ਕਰਾਂਗੇ ਤੇ ਸੋਚਾਂਗੇ ਕਿ ਕੀ ਹੋ ਸਕਦਾ ਹੈ। ਅਗਰ ਤੁਸੀਂ ਇਹ ਸਾਰੇ 3 ਤਰੀਕ ਦੇ ਲਏ ਹੋਏ ਫੈਸਲਿਆਂ ਨੂੰ ਖਤਮ ਕਰਕੇ ਫਿਰ ਕਿਤੇ ਇਕੱਠੇ ਬੈਠਣ ਦੀ ਸੋਚੋ ਤਾਂ ਮੈਂ ਇਹਨਾਂ ਨਾਲ ਗੱਲ ਕਰ ਸਕਦਾ, ਵਰਨਾ ਨਹੀਂ ਹੋ ਸਕਦੀ। ਇੱਕ ਗੱਲ। ਨੰਬਰ 2, ਰਾਤ ਸ਼ਾਮ ਨੂੰ ਮੇਰੇ ਨਾਲ ਗੱਲ ਕਰਕੇ ਆਉਂਦੇ ਆ, ਰਾਤ ਨੂੰ ਚੈਨਲਾਂ 'ਤੇ ਚੱਲ ਜਾਂਦਾ ਡੱਲੇਵਾਲ ਤੇ ਸ਼ਿਵ ਕੁਮਾਰ ਕੱਕਾ 7 ਮੈਂਬਰੀ ਕਮੇਟੀ 'ਚੋਂ ਬਾਹਰ। ਫਿਰ ਮੈਨੂੰ ਐਂ ਦੱਸੋ ਵੀ ਏਕਤਾ ਵਾਲੀ ਗੱਲ ਹੋ ਰਹੀ ਹੈ ਇਹ ਕਿ ਸਾਨੂੰ ਕੰਡਿਆਂ ਉੱਤੋਂ ਦੀ ਘੜੀਸਿਆ ਜਾ ਰਿਹਾ ਹੈ? ਇਹ ਤਾਂ ਇੱਕ ਤਰ੍ਹਾਂ ਦਾ ਕੰਡਿਆਂ ਉੱਤੋਂ ਦੀ ਘੜੀਸਣ ਵਾਲੀ ਗੱਲ ਹੈ ਕਿ ਵੀ ਇਹ ਆਉਣ ਵੀ ਨਾ ਵਿੱਚ ਤੇ ਉਹ ਵੀ ਕਰੀ ਚਲੋ ਜੀ ਅਸੀਂ ਲੈਣ ਗਏ। ਇਹ ਇੱਕ ਛੜਯੰਤਰ ਹੈ। ਹਾਂ ਇੱਕ ਮਿੰਟ, ਪ੍ਰੋਗਰਾਮ ਤੁਹਾਨੂੰ ਆ ਗਏ। ਇੱਕ ਪ੍ਰੋਗਰਾਮ ਨੋਟ ਕਰਿਓ, ਪੰਜਾਬ ਦੇ ਵਿੱਚ ਗੰਨੇ ਦਾ ਬਕਾਇਆ, ਗੰਨੇ ਦੀ ਰਾਸ਼ੀ ਬਕਾਇਆ ਖੜੀ ਹੈ ਜਿਹੜੀ, ਉਹਦੇ ਲਈ, ਔਰ ਜਿਹੜੇ ਲੋਕਾਂ ਦਾ ਨਰਮਾ ਮਰ ਗਿਆ ਸੁੰਡੀ ਕਰਕੇ ਜਾਂ ਚਿੱਟੀ ਮੱਖੀ ਕਰਕੇ, ਜਾਂ ਪਿਛਲੇ ਸਮੇਂ ਜਿਨ੍ਹਾਂ ਦੀ ਬਾਸਮਤੀ ਮਰੀ ਹੈ ਗੜਿਆਂ ਕਰਕੇ ਜਾਂ ਪਾਣੀਆਂ ਕਰਕੇ, ਜਾਂ ਜਿਨ੍ਹਾਂ ਦਾ ਹੁਣ ਬਾਗਾਂ ਦਾ ਨੁਕਸਾਨ ਹੋਇਆ ਹੈ, ਉਹ ਸਾਰੀ ਲੜਾਈ ਨੂੰ ਲੈ ਕੇ ਲੋਕ ਲੜ ਰਹੇ ਨੇ। ਔਰ ਉਹਦੇ ਵਾਸਤੇ ਅਗਰ ਸਰਕਾਰ ਨੇ
ਨਾ ਤੁਰੰਤ ਕਿਸਾਨਾਂ ਦੀ ਇਹ ਗੰਨੇ ਦੀ ਬਕਾਇਆ ਤੇ ਉਹਨਾਂ ਦੇ ਗਰਦੌਰੀਆਂ ਕਰਾ ਕੇ ਪੇਮੈਂਟ ਦਿੱਤੀ, ਕਿਸਾਨਾਂ ਦੀ ਮੁਆਵਜ਼ਾ ਨਾ ਦਿੱਤਾ, ਤਾਂ 3 ਅਗਸਤ ਨੋਟ ਕਰ ਲਿਓ, ਮੇਰੀ ਬੇਨਤੀ ਹੈ 3 ਅਗਸਤ ਨੂੰ ਪੰਜਾਬ ਦੇ ਵਿੱਚ ਮਾਝਾ, ਮਾਲਵਾ ਤੇ ਦੁਆਬਾ ਤਿੰਨਾਂ ਥਾਵਾਂ ਦੇ ਉੱਤੇ ਅਸੀਂ ਅਣਮਿੱਥੇ ਸਮੇਂ ਲਈ ਰੋਡ ਤੇ ਬੈਠਾਂਗੇ। ਸਾਡੀ ਮਜਬੂਰੀ ਹੋਏਗੀ ਉਸ ਦਿਨ, ਮੇਰੀ ਜਿਹੜੀਆਂ ਰੋਡਾਂ ਅਸੀਂ ਬੈਠਾਂਗੇ ਜਿਨ੍ਹਾਂ ਤੇ, ਉਹਦੇ ਬਾਰੇ ਵੀ ਅਸੀਂ ਪਹਿਲਾਂ ਦੱਸ ਦਿਆਂਗੇ। ਰਾਹਗੀਰਾਂ ਨੂੰ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਉਸ ਦਿਨ ਉਸ ਸੜਕ ਦੇ ਉੱਤੇ ਕਿਰਪਾ ਕਰਕੇ ਪਾਸਾ ਆਸਾ ਕਰਕੇ ਲੰਘਣ ਦੀ ਕਿਰਪਾਲਤਾ ਕਰਨ। ਸਾਡੀਆਂ ਮਜਬੂਰੀਆਂ ਨੇ ਤਾਂ ਸਾਨੂੰ ਇਹ ਕਰਨਾ ਪੈਂਦਾ ਹੈ। ਜਨਰਲ ਸਾਹਿਬ ਇੱਕ ਜਣੇ ਨੇ ਬੋਲਣਾ ਕਿ ਸਾਰਿਆਂ ਨੇ ਬੋਲਣਾ? ਨਹੀਂ, ਸਾਰੇ ਬੋਲਣਗੇ ਜੀ। ਦੇਖੋ ਆ ਜਿਹੜੀ ਤੁਹਾਡੀ ਸਾਊਂਡ ਹੈ, ये ऑन यहाँ हो गए। ਤੁਹਾਡੀ ਆ ਜਿਹੜੀ ਚੀਜ਼ ਹੈ, ਗੱਲ ਸੁਣਿਓ ਮੇਰੀ, ਇੱਕ ਮਿੰਟ, ਜੇ ਕਿਤੇ